मन मेरे अन दिन जाग हर चेत, अपनी खेती रख लै कूंज पड़ेंगी खेत। एक ओंकार सतनाम करता पुरख निरभौ निर्वैर, अकाल मूरत अजूनी सैभं गुर प्रसाद। आसा महला पहला। वार श्लोकां नाल श्लोक भी महले पहले के लिखे, टुंडे असराजै की धुनी। श्लोक महला पहला। बलिहारी गुर अपने दिवहाड़ी सदवार, जिन मानस ते देवते किए करत न लागी बार। महला दूजा। जे सौ चंदा उगवैं सूरज चढ़ै हजार, हिते चानण होंदियां गुर बिन घोर अंधार। महला पहला। नानक गुरु न चेतनी मन अपने सुचेत, छुटे तिल बुआड़ ज्यों सुंजे अंदर खेत। खेतै अंदर छुटिया कौ नानक सौ नाह, फलिए फुलिए बपुड़े भी तन विच सुआहा। खेतै अंदर छुटिया कौ नानक सौ नाहा, फलिए फुलिए बपुड़े भी तन विच सुआहा। वाहिगुरु जी का खालसा वाहिगुरु जी की फतेह। गुरु की साजी नवाजी प्यारी साध संगत जीओ, गुरबाणी विचार दे सारे गुरमुख जनों, बख्ते ਸਰੋਤੇ सारे आप जी के चरणों च बार बार प्रणाम। ये बाणी गुरु अर्जन गुरु नानक पातशाह जी की है, उचारी होई। इहदे विच श्लोक पहला नहीं हुंदे सी, ये गुरु महाराज गुरु अर्जन देव जी ने शामिल करे। इहदे च गुरु नानक साहब जी के भी श्लोक हैं, गुरु अंगद देव जी के भी श्लोक हैं। बाद ਵਿੱਚ ਜਿਹੜੀ ਪਹਿਲਾਂ ਜਿਹੜੀਆਂ 12 ਹੁੰਦੀਆਂ ਸੀ ਉਹ ਪੌੜੀਆਂ ਦੇ ਰੂਪ 'ਚ ਹੁੰਦੀਆਂ ਸੀ, ਉਹਨਾਂ 'ਚ ਸ਼ਲੋਕ ਨਹੀਂ ਸੀ ਹੁੰਦੇ। ਗੁਰੂ ਅਰਜਨ ਮਹਾਰਾਜ ਨੇ ਫਿਰ ਸ਼ਾਮਿਲ ਕਰੇ। ਤਦੇ ਲਿਖਿਆ ਵੀ ਵਾਰ ਸ਼ਲੋਕਾਂ ਨਾਲ, ਸ਼ਲੋਕ ਵੀ ਮਹਿਲੇ ਪਹਿਲੇ ਕੇ ਲਿਖੇ, ਟੁੰਡੇ ਅਸਰਾਜੇ ਕੀ ਧੁਨੀ। ਇਹ ਵਾਰ ਕਿਵੇਂ ਗਾਉਣੀ ਹੈ? ਟੁੰਡੇ ਅਸਰਾਜੇ ਦੀ ਧੁਨੀ ਤੇ। ਅਸਲ ਵਿੱਚ ਤਾਂ ਇਹ ਗਾਉਣੀ ਇਸ ਤਰ੍ਹਾਂ ਚਾਹੀਦੀ ਹੈ ਜਿਵੇਂ ਢਾਡੀ ਗਾਉਂਦੇ ਆ ਨਾ, ਉੱਚੀ ਆਵਾਜ਼ ਵਿੱਚ ਹੇਕ ਲਗਾ ਕੇ, ਜਿਵੇਂ ਦਾਸਰਾ ਕੋਸ਼ਿਸ਼ ਕਰਦਾ ਇੱਕ ਤੁਕ ਨੂੰ ਬੋਲਣ ਦੀ। ਬਲਿਹਾਰੀ ਗੁਰ ਆਪਣੇ ਦਿਵਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਇਸ ਤਰੀਕੇ ਨਾਲ, ਜਾਂ ਕੋਈ ਹੋਰ ਵੀ ਸੱਜਣ ਰਾਗੀ ਜਿਹੜੇ ਕੀਰਤਨ ਕਰਦੇ ਆ ਉਹ ਹੋਰ ਵੀ ਚੰਗੀ ਤਰ੍ਹਾਂ ਇਹਨੂੰ ਉਚਾਰ ਸਕਦੇ ਆ, ਕਿਉਂਕਿ 12 ਗਾਈ ਅਸਲ 'ਚ ਢੱਡਾਂ ਨਾਲ ਸਰੰਗੀ ਨਾਲ ਜਾਂਦੀਆਂ ਔਰ ਵੀਰ ਰਸ 'ਚ ਗਾਈਆਂ ਜਾਂਦੀਆਂ। ਕਿਸੇ ਵੀ ਵਾਰ ਦੇ ਵਿੱਚ ਕਿਸੇ ਮਹਾਨ ਯੋਧੇ ਦਾ ਵਿਵਰਣ ਕਰਿਆ ਵਾ ਹੁੰਦਾ, ਔਰ ਯੋਧੇ ਦੀ ਕੁਦਰਤੀ ਗੱਲ ਹੈ, ਲੜਾਈ ਹੁੰਦੀ ਚਾਹੇ ਸਮਾਜ ਨਾਲ ਚਾਹੇ ਕਿਸੇ ਗਲਤ ਬੰਦੇ ਨਾਲ, ਕੌਮੇ ਵਾਲੇ ਬੰਦੇ ਨਾਲ, ਫਿਰ ਉਹਨੂੰ ਡਿਪਿਕਟ ਕਰਿਆ ਜਾਂਦਾ, ਉਹਦੇ ਚੰਗੇ ਗੁਣਾਂ ਨੂੰ, ਉਹਦੀ ਜਿੱਤ ਵੀ ਹੁੰਦੀ ਹੈ। ਟੁੰਡਾ ਅਸਰਾਜਾ ਕੌਣ ਸੀਗਾ? ਰਾਜਾ ਅਸ ਰਾਜੇ ਸਾਰੰਗ ਦਾ ਪੁੱਤਰ ਸੀ। ਮਤਰੇਏ ਭਰਾਵਾਂ ਸੁਲਤਾਨ ਖਾਂ ਤੇ ਸਰਦੂਲ ਰਾਏ ਨੇ ਉਹਨੂੰ ਫੱਟੜ ਕਰਕੇ ਖੂਹ 'ਚ ਘੇਰ ਦਿੱਤਾ, ਆਪਣੇ ਆਪ 'ਚ ਮਾਰ ਦਿੱਤਾ। ਪਰ ਦੇਵਨੇ ਤੋਂ ਬਚ ਗਿਆ। ਜਿਸ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ, ਆਪਾਂ ਆਮ ਵੀ ਕਹਿੰਦੇ ਆ। ਕੋਈ ਵਣਜਾਰੇ ਉੱਥੋਂ ਲੰਘ ਰਹੇ ਸੀ, ਉਹਨੂੰ ਕੱਢ ਕੇ ਆਪਣੇ ਦੇਸ਼ 'ਚ ਲੈ ਗਏ। ਉਸ ਦੇਸ਼ ਦਾ ਰਾਜਾ ਨਿਰਸੰਤਾਨ ਮਰ ਗਿਆ, ਉਹਦਾ ਕੋਈ ਬੱਚਾ ਨਹੀਂ ਸੀ। ਅੱਗੇ ਫੈਸਲਾ ਹੋਇਆ, ਵਜ਼ੀਰਾਂ ਦੀ ਮੰਡਲੀ ਨੇ ਕਰਿਆ ਵੀ ਕਿਉਂਕਿ ਸਭ ਤੋਂ ਪਹਿਲਾਂ ਇਹ ਰਾਜਾ ਅਸ ਸਾਡੇ ਸ਼ਹਿਰ ਦੇ ਵਿੱਚ ਦਾਖਲ ਹੋਇਆ, ਇਸ ਕਰਕੇ ਇਸ ਨੂੰ ਰਾਜਾ ਬਣਾ ਦਿੱਤਾ ਗਿਆ। ਬਾਅਦ 'ਚ ਫਿਰ ਜੰਗ ਹੋਇਆ ਆਪਣੇ ਮਤਰੇਏ ਭਰਾਵਾਂ ਦੇ ਨਾਲ, ਔਰ ਉਹ ਜਿੱਤ ਕੇ ਆਪਣੇ ਪਿਤਾ ਦੀ ਗੱਦੀ ਦਾ ਮਾਲਕ ਬਣਿਆ। ਇਹ ਸਾਰੇ ਸਾਕੇ ਨੂੰ ਢਾਡੀਆਂ ਨੇ ਵਾਰ ਵਿੱਚ ਗਾਇਆ।
ਉਹ ਵਾਰ ਦੀ ਧੁਨ ਹੈ ਜਿਹੜੀ ਗੁਰੂ ਮਹਾਰਾਜ ਨੇ ਉੱਪਰ ਬਖਸ਼ੀ ਹੈ। ਟੁੰਡੇ ਅਸਰਾਜੇ ਕੀ ਧੁਨੀ, ਜਿਵੇਂ ਢਾਡੀ ਗਾਉਂਦੇ ਸੀ ਇਸ ਤਰਜ ਤੇ ਉਸੇ ਤਰ੍ਹਾਂ ਗਾਉਣੀ ਹੈ। ਸ਼ਲੋਕ ਮਹਿਲਾ ਪਹਿਲਾ। ਬਲਿਹਾਰੀ ਗੁਰ ਆਪਣੇ ਦਿਹਾੜੀ ਸਦਵਾਰ। ਸਦ 100 ਨੂੰ ਕਹਿੰਦੇ ਆ। ਗੁਰੂ ਮਹਾਰਾਜ ਆਪਣੇ ਗੁਰੂ ਤੋਂ ਬਲਿਹਾਰ ਜਾਣ ਦੀ ਬਾਤ ਪਾ ਰਹੇ ਹੈ ਵੀ ਦਿਨ ਵਿੱਚ 100 ਵਾਰੀ ਬਲਿਹਾਰ ਜਾਣ। ਹੁਣ ਗੁਰੂ ਨਾਨਕ ਸਾਹਿਬ ਦਾ ਗੁਰੂ ਪਰਮਾਤਮਾ। ਵੈਸੇ ਤਾਂ ਇਹ ਜਨਰਲ ਗੱਲ ਹੈ, ਸਾਨੂੰ ਸਮਝਾਈ ਹੋਈ ਹੈ ਵੀ ਗੁਰੂ ਦੇ ਪ੍ਰਤੀ ਇੰਨਾ ਸੁਚੇਤ ਹੋ ਜਾਓ, ਪਰ ਗੁਰੂ ਸਾਹਿਬ ਆਪਣੇ ਗੁਰੂ ਪਰਮਾਤਮਾ ਦੀ ਆਦ ਅੰਤ ਇੱਕ ਹੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਉਹਦੀ ਵਡਿਆਈ ਕਰ ਰਹੇ, ਕਿਉਂਕਿ ਜਿੰਨਾ ਵੀ ਗਿਆਨ ਹੈ ਸਾਧ ਸੰਗਤ ਜੀਓ, ਆਪਾਂ ਤ੍ਰੈਗੁਣੀਆਂ ਨੂੰ ਵੀ ਤੇ ਚੌਥੇ ਗੁਣ ਵਾਲਿਆਂ ਨੂੰ ਵੀ, ਗੁਰੂ ਸਾਹਿਬਾਨਾਂ ਨੂੰ ਵੀ ਆਇਆ ਤਾਂ ਪਰਮਾਤਮਾ ਤੋਂ ਹੈ ਨਾ। ਪਰਮਾਤਮਾ ਨੂੰ ਵੀ ਬੜਾ ਕਰਦੇ ਆ ਗੁਰੂ ਸਾਹਿਬਾਨ ਔਰ ਭਗਤ ਸਾਹਿਬਾਨ। ਤਾਂ ਉਹ ਜਿੱਥੋਂ ਸਾਰਾ ਗਿਆਨ ਆਉਂਦਾ ਹੈ ਔਰ ਫਿਰ ਸਾਰਾ ਉਹਦੇ 'ਚ ਬਾਅਦ ਵਿੱਚ ਸਮਾ ਵੀ ਜਾਂਦਾ ਕਿਸੇ ਟਾਈਮ। ਇਸ ਕਰਕੇ ਉਸੇ ਨੂੰ ਪਰਮਾਤਮਾ ਨੂੰ ਹੀ ਸਾਰੀ ਸ੍ਰਿਸ਼ਟੀ ਦਾ ਗੁਰੂ ਮੰਨਿਆ ਜਾਂਦਾ ਹੈ। ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾ। ਮਨੁੱਖਾਂ ਤੋਂ ਦੇਵਤੇ ਬਣਾ ਦਿੱਤੇ ਔਰ ਦੇਰ ਨਹੀਂ ਲਗਾਈ ਇਸ ਗੱਲ 'ਚ, ਸਕਿੰਟਾਂ ਮਿੰਟਾਂ 'ਚ ਕਰ ਦਿੱਤਾ। ਜਿਵੇਂ ਇਸ ਰਾਜੇ ਨੂੰ ਮਰੇ ਹੋਏ ਨੂੰ ਲਗਭਗ ਸਮਝ ਕੇ ਸੁੱਟ ਗਏ ਸੀ ਤੇ ਉਹਨੂੰ ਮੁੜ ਕੇ ਰਾਜ ਦੇ ਦਿੱਤਾ। ਗੁਲਾਮ ਵੰਸ਼ ਨੇ ਦਿੱਲੀ ਦੇ ਤਖਤ ਪਰ ਕਿੰਨੇ 100 ਸਾਲ ਰਾਜ ਕਰਿਆ। ਰਾਜਾ ਤੇ ਭਿਖਾਰੀ ਬਣਾ ਦਿੰਦਾ, ਭਿਖਾਰੀ ਤੇ ਰਾਜਾ ਕਰ ਦਿੰਦਾ। ਜਲ ਤੇ ਥਲ ਕਰ ਥਲ ਤੇ ਕੂਆ, ਕੂਪ ਤੇ ਮੇਰ ਕਰਾਵੇ। ਪਿੰਗਲੇ ਨੂੰ ਪਹਾੜ ਚੜਾ ਦਿੰਦਾ, ਅੰਨ੍ਹਿਆਂ ਨੂੰ ਦਿਖਣ ਲਾ ਦਿੰਦਾ। ਇਹ ਉਹਦੀ ਸਿਫਤ ਹੈ, ਉਹ ਕੁਛ ਵੀ ਕਰ ਸਕਦਾ। ਸਾਧ ਸੰਗਤ ਜੀ, ਉਹ ਆਪਣੇ ਮਨਾਂ ਵਿੱਚ ਦੇਵਤਿਆਂ ਦੀ ਜਿਹੜੀ ਵਡਿਆਈ ਹੈ ਉਹ ਮਨੁੱਖ ਨਾਲੋਂ ਜ਼ਿਆਦਾ ਹੈ। ਇਸ ਤੁਕ ਤੋਂ ਵੀ ਇਹੀ ਭਾਵ ਨਜ਼ਰ ਆ ਰਿਹਾ। ਹੁਣ ਇਹਦੇ 'ਚ ਇੱਕ ਗੱਲ 'ਚ ਵਾਲੇ ਜ਼ਰੂਰ ਸਮਝਿਓ, ਦੇਵਤੇ ਜਿਹੜੇ ਸਾਡੇ ਹਿੰਦੂ ਧਰਮ ਦੇ ਵਿੱਚ ਗਿਣੇ ਜਾਂਦੇ ਆ, ਇੱਥੇ ਉਹਨਾਂ ਦੀ ਗੱਲ ਨਹੀਂ ਹੈ। ਉਹਨਾਂ ਨੂੰ ਤਾਂ ਸਗੋਂ ਗੁਰਬਾਣੀ ਫਰਮਾ ਰਹੀ ਹੈ ਵੀ ਉਹ ਇਸ ਦੇਹੀ ਕੋ ਲੋਚੈ ਦੇਵ। ਉਹ ਤਾਂ ਤਰਸਦੇ ਵੀ ਸਾਨੂੰ ਮਨੁੱਖ ਬਣਾ, ਤੇਰੇ ਨਾਲ ਸਾਡਾ ਮੇਲ ਹੋ ਜਾਏ। ਕਿਉਂਕਿ ਦੇਵਤਿਆਂ ਨੂੰ ਇਹ ਸੁਭਾਗ ਨਹੀਂ ਹੈ ਆਪਣੀ ਬਰੀਕ ਹਉਮੈ ਕਰਕੇ ਬਈ ਉਹ ਰੱਬ ਨੂੰ ਮਿਲ ਜਾਣ। ਇਹ ਸਿਰਫ ਮਨੁੱਖਾ ਜੀਵਨ 'ਚ ਇਹ ਪਾਵਰ ਦਿੱਤੀ ਹੈ ਪਰਮਾਤਮਾ ਨੇ ਬੰਦੇ ਨੂੰ ਵੀ ਤੂੰ ਰੱਬ ਨੂੰ ਮਿਲ ਸਕਦਾ ਹੈ ਜੇ ਗੁਰੂ ਨਾਲ ਤੇਰੀ ਭੇਂਟ ਹੋ ਜਾਏ। ਦੇਵਤਿਆਂ ਨੂੰ ਨਹੀਂ ਹੈ ਇਸ ਭਾਗ ਪ੍ਰਾਪਤ। ਤੋ ਚੰਗੇ ਸ੍ਰੇਸ਼ਟ ਮਨੁੱਖ, ਚੌਥੇ ਗੁਣ ਵਾਲੇ, ਉਹਨਾਂ ਦੀ ਬਾਤ ਹੋ ਰਹੀ ਹੈ। ਮਨੁੱਖ ਤੇ ਉਹ ਬਣਾ ਦਿੰਦਾ, ਤ੍ਰੈ ਗੁਣਾਂ ਤੋਂ ਏਕੇ 'ਚ ਲੈ ਜਾਂਦਾ, ਚੌਥੇ ਗੁਣ 'ਚ ਪਹੁੰਚਾ ਦਿੰਦਾ। ਔਰ ਇੱਕ ਸਕਿੰਟ ਨਹੀਂ ਲੱਗਦਾ ਬਣਾਉਣ ਨੂੰ। ਕੌਡੇ ਨੂੰ, ਬਲੀ ਕੰਧਾਰੀ ਨੂੰ, ਸੱਜਣ ਨੂੰ, ਸਾਰਿਆਂ ਨੂੰ ਇੱਕ ਛਿਣ ਦੇ ਵਿੱਚ ਬਦਲ ਕੇ ਰੱਖ ਦਿੱਤਾ। ਉਹਨਾਂ ਦੇਵਤਿਆਂ ਦੀ ਬਾਤ ਹੋ ਰਹੀ ਹੈ। ਇਹ ਪ੍ਰਸੰਗ ਅਨੁਸਾਰ ਦੇਵਤੇ ਦੇ ਅਰਥ ਗੁਰਬਾਣੀ 'ਚ ਕਰੇ ਜਾਂਦੇ। ਮਹਿਲਾ ਦੂਜਾ। ਜੇ ਸੌ ਚੰਦਾ ਉਗਮੈ ਸੂਰਜ ਚੜ੍ਹੇ ਹਜ਼ਾਰ। 100 ਚੰਦਰਮਾ ਵੀ ਚੜ੍ਹ ਪਵੇਂ ਔਰ ਹਜ਼ਾਰਾਂ ਹੀ ਸੂਰਜ ਵੀ ਚੜ੍ਹ ਜਾਏ, ਇੰਨਾ ਚਾਨਣਾ ਹੋਵੇ, ਪਰ ਗੁਰੂ ਤੋਂ ਬਿਨਾਂ ਘੋਰ ਅੰਧੇਰਾ ਹੈ। ਕਿਹੜਾ ਅੰਧੇਰਾ? ਮਨਾਂ ਦਾ, ਅਗਿਆਨਤਾ ਦਾ, ਦੂਜੇ ਭਉ ਦਾ। ਸਾਧ ਸੰਗਤ ਜੀਓ, ਦੂਜੇ ਭਉ ਨੂੰ ਮਹਾ ਅਗਿਆਨੀ ਆਖਿਆ ਜਾਂਦਾ ਹੈ ਗੁਰਬਾਣੀ 'ਚ, ਔਰ ਕੰਪਲੀਟਲੀ ਡਾਰਕਨੈਸ ਮਾਈਂਡ ਦੀ ਸਮਝਿਆ ਜਾਂਦਾ ਹੈ। ਜਦੋਂ ਬੰਦਾ ਏਕੇ 'ਚ ਪ੍ਰਵੇਸ਼ ਕਰ ਜਾਂਦਾ ਉਹਨੂੰ ਪੂਰੇ ਚਾਨਣ ਵਿੱਚ ਸਮਝਿਆ ਜਾਂਦਾ ਹੈ। ਗੁਰਮਤਿ ਦੀ ਜਿਹੜੀ ਲਿਖਤ ਹੈ ਉਹ ਹੋਰਾਂ ਲਿਖਤਾਂ ਨਾਲੋਂ ਬਿਲਕੁਲ ਅਲੱਗ ਹੈ। ਹੋਰ ਸਾਡੇ ਜਿਹੜਾ ਸਮਾਜ ਹੈ ਹਿੰਦੁਸਤਾਨੀ, ਉਹਦੇ ਵਿੱਚ ਮਰਨ ਤੋਂ ਬਾਅਦ ਮੁਕਤੀਆਂ ਦੀ ਗੱਲ ਹੈ। ਗੁਰਬਾਣੀ ਨੇ ਜਿਉਂਦੇ ਜੀ ਮੁਕਤੀ ਦੀ ਬਾਤ ਪਾਈ ਹੈ। ਸੋ ਭਾਈ ਇੰਨਾ ਚਾਨਣ ਵੀ ਜੇ ਹੋਵੇ ਸੂਰਜਾਂ ਦਾ, ਚੰਦਰਮਾਵਾਂ ਦਾ, ਉਹ ਵੀ ਹਜ਼ਾਰਾਂ ਦੀ ਗਿਣਤੀ ਚੜ੍ਹ ਪਵੇਂ ਤਾਂ ਵੀ ਗੁਰੂ ਤੋਂ ਬਿਨਾਂ ਮਨਾਂ ਵਿੱਚ ਹਨੇਰਾ ਰਹੇਗਾ।
ਸਾਰਾ ਜ਼ੋਰ ਗੁਰਬਾਣੀ ਦਾ ਗੁਰੂ ਤੇ ਹੈ। ਗੁਰੂ ਤੋਂ ਬਿਨਾਂ ਮੁਕਤੀ ਕਲਿਆਣ ਬਿਲਕੁਲ ਪੋਸੀਬਲ ਹੈ ਹੀ ਨਹੀਂ, ਚਾਨਣਾ ਪੋਸੀਬਲ ਹੈ ਹੀ ਨਹੀਂ। ਪਰ ਹੁਣ ਗੱਲ ਇੱਥੇ ਫਿਰ ਇਹ ਆ ਜਾਂਦੀ ਹੈ ਵੀ ਗੁਰੂ ਤਾਂ ਹੁੰਦਾ ਸਾਹਮਣੇ, ਗੁਰਬਾਣੀ ਗੁਰੂ ਹੈ। ਗੁਰੂ ਦੇ ਹੁੰਦੇ ਵੀ ਅਸੀਂ ਕਾਹਤੇ ਕੁਰੀਤੀਆਂ ਕਰਦੇ ਹਾਂ? ਸਾਡੇ ਮਨਾਂ ਨੂੰ ਜੰਗਾਲ ਲੱਗਿਆ ਹੋਇਆ, ਮਸਕਲੇ ਨਾਲ ਇਹ ਮੈਲ ਉਤਰਦੀ ਹੈ। ਇਹ ਮੈਲ ਨੂੰ ਤਾਰਨ ਦਾ ਮਸਕਲਾ ਗੁਰਬਾਣੀ। ਜਨਮਾਂ ਜਨਮਾਂ ਦੀ ਮੈਲ ਲੱਗੀ, ਕਾਲਾ ਸਿਆਹ ਹੋਇਆ ਪਿਆ। ਇਹ ਦੂਜੇ ਭਉ ਦੀ ਮੈਲ ਹੈ। ਗਿਆਨ ਪੜ੍ਹ ਗਏ, ਦੋ ਦੁਨੀਆ ਬਹੁਤ ਜ਼ਿਆਦਾ ਗਿਆਨ ਚ ਆ ਗਈ ਤ੍ਰੈ ਗੁਣਾਂ ਦੇ ਚ, ਉਹ ਵੀ ਹਨੇਰਾ ਹੈ ਮਨਾਂ ਦਾ। ਜਿਹੜਾ ਗੁਰੂ ਦੇ ਗੱਲ ਚਾਨਣ ਦੀ ਬਾਤ ਹੋ ਰਹੀ ਹੈ ਗੁਰਬਾਣੀ ਚ, ਉਹ ਏਕੇ ਵਿੱਚ ਪ੍ਰਵੇਸ਼ ਕਰਕੇ ਰੱਬ ਦੇ ਨਾਲ ਜੁੜਨ ਦੀ ਗੱਲ ਹੈ। ਨਹੀਂ ਤਾਂ ਜਿੰਨਾ ਵੀ ਅੱਜ ਕੱਲ੍ਹ ਗਿਆਨ ਹੈ ਬਾਹਰਲਾ, ਉਹਦਾ ਅੰਤ ਕੋਈ ਨਹੀਂ, ਪਰ ਉਹ ਸਾਰਾ ਹਨੇਰਾ ਹੈ। ਅਗਰ ਉਹ ਹਨੇਰਾ ਨਾ ਹੋਵੇ ਤਾਂ ਦੁਨੀਆ ਦੇ ਵਿੱਚ ਇੰਨਾ ਅਨਰਥ ਹੋ ਰਿਹਾ, ਉਹ ਸਭ ਠੀਕ ਹੋ ਜਾਵੇ। ਮਹੱਲਾ ਪਹਿਲਾ। ਨਾਨਕ ਗੁਰੂ ਨਾ ਚੇਤਨੀ, ਮਨ ਆਪਣੇ ਸੁਚੇਤ। ਅਸੀਂ ਲੋਕ ਅੱਜ ਕੱਲ੍ਹ ਆਪਣੇ ਮਨ ਵਿੱਚ ਸਿਆਣੇ ਬਣ ਗਏ, ਸੁਚੇਤ ਹੋਏ ਹੋਏ ਹੈ। ਇਹ ਸੁਚੇਤ ਸ਼ਬਦ ਵੀ ਸਾਧ ਸੰਗਤ ਜੀ ਦੋਹੇ ਤਰ੍ਹਾਂ ਆਉਂਦਾ ਗੁਰਬਾਣੀ 'ਚ। ਸੁਚੇਤ ਚੰਗੀ ਤਰ੍ਹਾਂ ਸੁਚੇਤ ਹੋ ਜਾਣ ਨੂੰ ਵੀ ਕਹਿੰਦੇ ਆ, ਤੇ ਇੱਥੇ ਇਹ ਸਿਆਣਪ ਦੇ ਰੂਪ 'ਚ ਆਇਆ ਹੋਇਆ, ਬੁਰੀ ਸੈਂਸ ਵਿੱਚ। ਅਸੀਂ ਆਪਣੇ ਆਪ ਨੂੰ ਸਿਆਣੇ ਸਮਝਦੇ ਹਾਂ, ਗੁਰੂ ਨੂੰ ਯਾਦ ਨਹੀਂ ਕਰਦੇ। ਗੁਰੂ ਗੁਰੂ ਗੁਰ ਕਰ ਮਨ ਮੋਰ, ਉਹ ਅਵਸਥਾ ਬਣਦੀ ਨਹੀਂ। ਛੋਟੇ ਤਿਲ ਬੁਆੜ ਜਿਉਂ ਸੁੰਝੇ ਅੰਦਰ ਖੇਤ। ਤਿਲਾਂ ਦੇ ਬੂਟੇ ਦਾਸ ਨੇ ਦੇਖੇ ਖੇਤੀ ਦੇ ਵਿੱਚ, ਕਿਸੇ ਕਿਸੇ ਬੂਟੇ ਦੇ ਨਾ ਉਹਨੂੰ ਫਲ ਨਹੀਂ ਪੈਂਦੇ, ਉਹਨਾਂ ਦੇ ਜਿਹੜੀਆਂ ਫਲੀਆਂ ਹੁੰਦੀਆਂ ਉਹਨਾਂ 'ਚ ਸਵਾਏ ਬਣ ਜਾਂਦੀ ਹੈ, ਦਾਣੇ ਨਹੀਂ ਪੈਂਦੇ। ਕਣਕ ਦੇ ਵਿੱਚ ਵੀ ਹੁੰਦਾ ਇਸ ਤਰ੍ਹਾਂ, ਕਾਂਗਿਆਰੀ ਕਹਿੰਦੇ ਉਹਨੂੰ, ਕਾਲਾ ਹੋ ਜਾਂਦਾ ਬੂਟਾ ਜਿਹੜਾ ਸਿੱਟਾ ਹੁੰਦਾ। ਉਹਨੂੰ ਫਿਰ ਕਿਸਾਨ ਵੱਢਦਾ ਨਹੀਂ, ਉਹਨੂੰ ਛੱਡ ਦਿੰਦਾ। ਉਹ ਛੱਡਦਾ ਇਸ ਕਰਕੇ ਵੀ ਉਹਦਾ ਲਾਭ ਕੋਈ ਨਹੀਂ, ਉਹਦੇ 'ਚ ਦਾਣੇ ਤਾਂ ਹੁੰਦਾ ਨਹੀਂ, ਕੋਈ ਤਿਲ ਹੁੰਦੇ ਨਹੀਂ ਹੈ। ਉਹਨੂੰ ਬੁਆੜ ਕਹਿੰਦੇ, ਬੁਆੜ। ਉਹ ਇਕੱਲੇ ਹੀ ਖੜੇ ਹੁੰਦੇ, ਬਾਕੀ ਦੇ ਵੱਢ ਲੈ ਜਾਂਦੇ ਜਿਹੜਿਆਂ ਦੇ ਅੰਦਰ ਦਾਣੇ ਹੁੰਦੇ। ਜਿੱਕਣ ਸੁੰਨਾ ਆਉਂਦਾ ਬੰਦਾ, ਇੱਕਣ ਖੇਤ ਵਿੱਚ ਉਹ ਸੁੰਨਾ ਹੀ ਖੜਾ ਰਹਿੰਦਾ। ਅੱਗੇ ਗੱਲ ਫਿਰ ਗੁਰੂ ਨਾਨਕ ਪਾਤਸ਼ਾਹ ਨੇ ਹੋਰ ਖੇਤੀ ਦੇ ਨਾਲ ਸੰਬੰਧਿਤ ਫਰਮਾਈ ਹੈ। ਖੇਤੈ ਅੰਦਰ ਛੁੱਟਿਆ, ਕਹੋ ਨਾਨਕ ਸੋ ਨਾ। ਉਹ ਜਿਹੜਾ ਇਕੱਲਾ ਹੀ ਬੂਟਾ ਖੜਾ ਹੈ ਬੁਆੜ, ਉਹਦੇ 100 ਖਸਮ ਹੁੰਦੇ। 100 ਖਸਮ ਕਿਵੇਂ ਹੋ ਗਏ? ਵਿਅਰਥ ਹੋ ਵੀ ਨਹੀਂ ਜਾਂਦਾ, ਉਹ ਇੰਨਣ ਦਾ ਬਾਲਣ ਦਾ ਕੰਮ ਦਿੰਦਾ। ਫਿਰ ਪਿੰਡਾਂ ਦੇ ਵਿੱਚ ਜਿਹੜੇ ਗਰੀਬ ਗੁਰਬੇ ਹੁੰਦੇ ਸੀ, ਖੇਤਾਂ ਦੇ ਮਾਲਕ ਨਹੀਂ ਹੁੰਦੇ ਸੀ, ਦਿਹਾੜੀ ਕਰਨ ਵਾਲੇ ਪੁਰਸ਼ ਜਾਂ ਬੀਬੀਆਂ, ਉਹ ਫਿਰ ਉਸ ਬੂਟਿਆਂ ਨੂੰ, ਜਿਹੜੇ ਉਹ ਬੁਆੜ ਹੁੰਦੇ ਸੀਗੇ, ਉਹਨਾਂ ਨੂੰ ਵੱਢ ਕੇ ਲਿਆ ਕੇ ਘਰ ਚੁੱਲ੍ਹੇ ਦੇ ਵਿੱਚ ਜਲਾਉਂਦੀਆਂ ਸੀ ਬਾਲਣ ਦੇ ਤੌਰ ਤੇ। ਇਸ ਕਰਕੇ ਉਹਨਾਂ ਦੇ 100 ਖਸਮ ਬਣ ਜਾਂਦੇ ਸੀ। ਫਲੀਏ ਫੁੱਲੀਏ ਬਾਪੁੜੇ, ਪੀ ਤਨ ਵਿੱਚ ਸੁਆਹ। ਉਹ ਦੇਖਣ ਨੂੰ ਬੜੇ ਸੋਹਣੇ ਉੱਕਣ ਦੇ ਹੀ ਹੁੰਦੇ, ਵੱਧਦੇ ਵੀ ਪੂਰੇ ਆਦਮੀ ਸਾਨ ਹੋ ਜਾਂਦੇ, 5-5 6-6 ਫੁੱਟ ਦੇ। ਫੁੱਲ ਵੀ ਲੱਗਦੇ, ਫਲ ਵੀ ਲੱਗਦੇ, ਪਰ ਵਿੱਚ ਸੁਆਹ ਹੁੰਦੀ, ਦਾਣਾ ਪੈਂਦਾ ਕੋਈ ਨਹੀਂ। ਇਹ ਸਾਧ ਸੰਗਤ ਜੀ ਉਹ ਵਿਚਾਰ ਹੈ ਅੱਜ ਦੀ ਪੌੜੀ ਦੀ। ਵਿਚਾਰ ਕੱਲ੍ਹ ਨੂੰ ਕਰਾਂਗੇ। ਗੁਰੂ ਮਹਾਰਾਜ ਸਾਨੂੰ ਆਰੰਭ ਦੇ ਵਿੱਚ ਹੀ ਆਸਾ ਕੀ ਵਾਰ ਦੇ ਵਿੱਚ ਸੁਚੇਤ ਕਰ ਰਹੇ ਵੀ ਗੁਰੂ ਨੂੰ ਸਭ ਤੋਂ ਜ਼ਿਆਦਾ ਅਹਿਮੀਅਤ ਸਿੱਖ ਦੀ ਜ਼ਿੰਦਗੀ 'ਚ ਗੁਰੂ ਦੀ ਹੋਣੀ ਚਾਹੀਦੀ ਹੈ। ਗੁਰੂ ਤੋਂ ਬਿਨਾਂ ਮਨਾਂ ਦੇ ਵਿੱਚ ਕਾਲਖ ਵੀ ਹੈ, ਹਨੇਰਾ ਵੀ ਹੈ। ਇੱਕ ਸਾਖੀ ਨਾਲ ਇਸ ਗੱਲ ਦੀ ਵਿਚਾਰ ਹੋਰ ਚੰਗੀ ਤਰ੍ਹਾਂ ਖੁੱਲ੍ਹ ਜਾਏਗੀ। ਭਾਈ ਕੌਰ ਜੀ ਬਾਬਾ ਬੁੱਢਾ ਜੀ ਦੀ ਅੰਸ਼ ਵਿੱਚੋਂ, ਜਿਨ੍ਹਾਂ ਨੇ ਦਸ਼ਮੇਸ਼ ਜੀ ਨੂੰ ਤਿਲਕ ਲਗਾਇਆ ਸੀ ਗੁਰਗੱਦੀ ਦਾ। ਉਹ ਚੰਗੇ ਪੁਰਸ਼ ਸੀਗੇ, ਸਿਆਣੇ ਸੀਗੇ, ਪਰ ਕਿਤੇ ਨਾ ਕਿਤੇ ਦਾਗ, ਜਿਵੇਂ ਸੂਰਜ ਨੂੰ ਵੀ ਦਾਗ ਹੈ, ਚੰਦਰਮਾ ਨੂੰ ਵੀ ਦਾਗ ਹੈ। ਸੂਰਜ ਵਿੱਚ ਅੱਗ ਹੈ, ਚੰਦਰਮਾ 'ਚ ਪਹਾੜ ਹੈ, ਦਾਗ ਹੈ। ਪਰਮਾਤਮਾ ਦੀ ਕੁਦਰਤ ਹੈ, ਹੋ ਜਾਂਦਾ। ਕਿਸੇ ਕਿਸੇ ਗੁਣੀ ਗਿਆਨੀ ਵਿੱਚ ਵੀ ਕਈ ਵਾਰ ਆ ਜਾਂਦੀ ਹੈ ਇਸ ਤਰ੍ਹਾਂ ਦੀ ਭਾਵਨਾ। ਉਹ ਭਾਈ ਕੌਰ ਜੀ ਇੱਕ ਵਧੀਆ ਪੁਰਸ਼ ਹੋਣ ਕਰਕੇ ਆਪਣੀ ਸਿਆਣਪ ਨੂੰ ਅੱਗੇ ਰੱਖਦੇ ਹੁੰਦੇ ਸੀ, ਗੁਰੂ ਨੂੰ ਅੱਗੇ ਨਹੀਂ ਸੀ ਰੱਖਦੇ।
ਕਿਵੇਂ ਇੱਕ ਵਾਰ ਦਸ਼ਮੇਸ਼ ਜੀ ਨੇ ਕੌਤਕ ਰਚਾਇਆ, ਕਹਿੰਦੇ ਭਾਈ ਕੱਲ ਨੂੰ ਬੜੇ ਬੜੇ ਦੇਗੇ ਬਣਾਇਓ ਦੇਖਦੇ ਤੇ ਲੁੱਟ ਪਾਉਣੀ ਹੈ, ਜਿੰਨੀ ਮਰਜ਼ੀ ਕੋਈ ਛਕ ਲਿਓ। ਭਾਈ ਕੌਰ ਜੀ ਨੂੰ ਵੀ ਇਹ ਗੱਲ ਸੁਣੀ, ਉਹਨਾਂ ਨੇ ਬੜਾ ਬੁਰਾ ਲੱਗਿਆ ਉਹਨਾਂ ਨੂੰ ਵੀ, ਗੁਰੂ ਹੋ ਕੇ ਇਹ ਕਿਆ ਕੰਮ ਕਰਵਾ ਰਹੇ, ਲੁੱਟ ਪਵਾ ਰਹੇ ਕੜਾਹ ਪ੍ਰਸ਼ਾਦ ਦੀ। ਹੋਇਆ ਉਸੇ ਤਰ੍ਹਾਂ ਕੜਾਹੇ ਬਣਾ ਲਏ ਬੜੇ ਬੜੇ, ਸਾਰੀ ਸੰਗਤ ਨੇ ਲੁੱਟ ਪਾ ਕੇ ਛਕਿਆ, ਪੂਰੇ ਗੱਫੇ ਲਏ। ਭਾਈ ਕੌਰ ਜੀ ਇੱਕ ਕੋਨੇ 'ਚ ਬੈਠਾ ਬੁੜਬੁੜ ਕਰੀ ਗਿਆ, ਕਾਹਦੇ ਗੁਰੂ ਸਾਹਿਬ ਹੈ, ਇਹ ਕੋਈ ਚੰਗਾ ਕੰਮ ਹੈ, ਦੇਗ ਨੂੰ ਲਟਾਤਾ ਇਸ ਤਰ੍ਹਾਂ। ਸ਼ਾਮ ਹੋਈ, ਦੀਵਾਨ ਸਜਿਆ, ਗੁਰੂ ਸਾਹਿਬ ਨੇ ਪੁੱਛਿਆ ਵੀ ਭਾਈ ਸਭ ਨੇ ਛਕੀ ਦੇਗ? ਕਹਿੰਦੇ ਜੀ ਸਭ ਨੇ ਛਕੀ, ਕੋਈ ਰਿਹਾ ਤਾਂ ਨਹੀਂ? ਕਹਿੰਦੇ ਜੀ ਇੱਕ ਰਹਿ ਗਿਆ। ਕੌਣ? ਭਾਈ ਕੌਰ ਜੀ। ਉਹ ਕੋਨੇ 'ਚ ਬੈਠੇ ਰਹੇ, ਕੁਛ ਬੋਲੀ ਗਏ, ਬੁੜਬੜਾਈ ਗਏ, ਉਹਨਾਂ ਨੇ ਹਿੱਸਾ ਨਹੀਂ ਲਿਆ। ਕਹਿੰਦੇ ਭਾਈ ਬੁਲਾਓ ਤਾਂ ਪੁੱਛੀਏ। ਸਤਿਕਾਰ ਨਾਲ ਪੁੱਛਿਆ, ਬੁਲਾਇਆ ਵੀ ਭਾਈ ਕੌਰ ਜੀ ਤੁਸੀਂ ਹਿੱਸਾ ਨਹੀਂ ਲਿਆ? ਕਹਿਣ ਲੱਗਿਆ, ਕਹਿੰਦਾ ਗੁਰੂ ਮਹਾਰਾਜ ਇਹ ਕੋਈ ਚੰਗੀ ਗੱਲ ਹੈ ਤੁਹਾਡੀ, ਤੁਸੀਂ ਲੁੱਟ ਪਵਾਈਏ ਕੜਾਹ ਪ੍ਰਸ਼ਾਦ ਦੀ? ਮੈਨੂੰ ਨਹੀਂ ਚੰਗੀ ਲੱਗਦੀ ਇਹ ਗੱਲ, ਤੁਸੀਂ ਆਪੇ ਤਾਂ ਇਹ ਗੱਲਾਂ ਦੱਸੀਆਂ ਹੋਈਆਂ ਸਾਰੀਆਂ। ਅਜੇ ਗੁਰੂ ਸਾਹਿਬ ਤਾਂ ਚੁੱਪ ਹੀ ਸੀਗੇ। ਭਾਈ ਦਇਆ ਸਿੰਘ ਕਹਿੰਦੇ ਭਾਈ ਕੌਰ ਜੀ ਗੁਰੂ ਸਾਹਿਬ ਨੂੰ ਨਹੀਂ ਪਤਾ ਇਸ ਗੱਲ ਦਾ ਵੀ ਇਹ ਬੁਰਾ ਕਰਮ ਹੈ? ਕਹਿੰਦੇ ਫਿਰ ਕਿਉਂ ਕਰਾਇਆ ਇਹਨਾਂ ਨੇ? ਕਹਿੰਦੇ ਤੁਹਾਡੇ ਖਾਤਰ ਕਰਾਇਆ, ਤੁਹਾਨੂੰ ਗੁਰੂ ਪਰ ਟੇਕ ਨਹੀਂ ਹੈ, ਆਪਣੇ ਗਿਆਨ ਪਰ ਟੇਕ ਹੈ। ਜਿਹੜਾ ਤੁਸੀਂ ਦੁਨੀਆ ਦੇ ਵਿੱਚੋਂ ਗਿਆਨ ਇਕੱਠਾ ਕਰਿਆ ਹੋਇਆ ਨਾ, ਉਹਦੇ ਪਰ ਟੇਕ ਹੈ, ਤੁਹਾਨੂੰ ਗੁਰੂ ਦੇ ਬਚਨ ਪਰ ਟੇਕ ਨਹੀਂ ਹੈ। ਸਿਰਫ ਤੁਹਾਡੀ ਹਉਮੈ ਤੋੜਨ ਖਾਤਰ ਇਹ ਕੰਮ ਕਰਿਆ, ਸੁਚੇਤ ਕਰਿਆ ਵੀ ਗੁਰੂ ਜੋ ਕਹਿੰਦਾ ਉਹਦੇ ਤੇ ਅਮਲ ਕਰੋ। ਗੁਰੂ ਨੂੰ ਜਦ ਅਸੀਂ ਪੂਰਾ ਮੰਨ ਲਿਆ ਤਾਂ ਉਹ ਜੋ ਵੀ ਕਹਿੰਦਾ ਉਹਦੇ ਹੁਕਮ ਫੁੱਲ ਚੜਾ ਦਿਓ, ਉਹਦੇ ਹੁਕਮ ਤੇ। ਪਹਿਲਾਂ ਟੋਲਣ ਖਾਤਰ ਬੁੱਧੀ ਲਗਾਓ ਵੀ ਗੁਰੂ ਪੂਰਾ ਹੋਵੇ, ਕੱਚਾ ਨਾ ਹੋਵੇ। ਜੇ ਟੋਲ ਲਿਆ ਪੱਕਾ ਗੁਰੂ, ਪੂਰਾ ਗੁਰੂ, ਫਿਰ ਕੋਈ ਕਿੰਤੂ ਪਰੰਤੂ ਨਹੀਂ। ਝੁਕਾ ਦੋ ਸਿਰ, ਜੇ ਕੁਝ ਵੀ ਕਹਿੰਦਾ ਤਾਂ ਗਿਰ ਜਾਓ। ਇਹ ਹੈ ਗੁਰਮਤਿ ਦੀ ਸੋਚ। ਗੁਰੂ ਦੇ ਪ੍ਰਤੀ ਬਿਲਕੁਲ ਆਪਣੇ ਆਪ ਨੂੰ ਢਾ ਦੇਣਾ ਗੁਰੂ ਦੇ ਅੱਗੇ, ਫੇਰ ਬਣਦਾ ਚੌਥਾ ਗੁਣ। ਨਹੀਂ ਤਾਂ ਬਣੇ ਨਹੀਂ ਸਕਦਾ। ਜੇ ਗਿਆਨ ਮੂਹਰੇ ਰੱਖੂਗਾ ਬੰਦਾ ਦੁਨਿਆਵੀ ਗਿਆਨ, ਫੇਰ ਗੁਰੂ ਦੇ ਨਾਲ ਪ੍ਰੀਤ ਨਹੀਂ ਪੈ ਸਕਦੀ। ਦਸ਼ਾ ਠੀਕ ਕਰ ਲੂਗਾ ਬੰਦਾ ਆਪਣੀ, ਦਿਸ਼ਾ ਨਹੀਂ ਬਣੀ ਅਜੇ। ਦਿਸ਼ਾ ਬਣਨੀ ਜਦੋਂ ਗੁਰੂ ਨੂੰ ਪੂਰਾ ਤਨ ਮਨ ਧਨ ਹੋ ਗਿਆ, ਉਹਦੇ ਵੱਲ ਹੋ ਗਿਆ। ਇਹ ਵਿਚਾਰ ਹੈ। ਅੱਗੇ ਚੱਲ ਕੇ ਆਸਾ ਕੀ ਵਾਰ ਦੇ ਵਿੱਚ, ਵੈਸੇ ਸਾਧ ਸੰਗਤ ਜੀ ਆਪਾਂ ਆਸਾ ਦੀ ਵਾਰ ਕਹਿੰਦੇ ਅੱਜ ਕੱਲ ਪੰਜਾਬੀ 'ਚ, ਵੈਸੇ ਪੁਰਾਣੀਆਂ ਲਿਖਤਾਂ ਵਿੱਚ ਸਭ ਕੀ ਆ ਸ਼ਬਦ ਨਾਲ ਆਉਂਦਾ, ਆਸਾ ਕੀ ਵਾਰ। ਕਿਉਂਕਿ ਉਸ ਟਾਈਮ ਤਾਂ ਜਿਹੜੀ ਸਾਧ ਭਾਖਾ ਸੀਗੀ ਉਹ ਇਸ ਤਰ੍ਹਾਂ ਹੀ ਬੋਲੀ ਜਾਂਦੀ ਸੀ, ਔਰ ਗੁਰਬਾਣੀ 'ਚ ਸਾਧ ਭਾਖਾ ਦੀ ਪ੍ਰਮੁੱਖਤਾ ਹੈ। ਉਹ ਬੋਲੀ ਜਿਹੜੀ ਸਾਰਿਆਂ ਡੇਰਿਆਂ ਦੇ ਉੱਤੇ ਉਸ ਟਾਈਮ ਬੋਲੀ ਜਾਂਦੀ ਸੀ, ਉੱਤਰੀ ਭਾਰਤ ਵਿੱਚ ਗੁਜਰਾਤ ਤੱਕ ਸਾਰੇ ਸਮਝ ਲੈਂਦੇ ਸੀ ਇੱਕ ਦੂਜੇ ਦੀ ਗੱਲ ਨੂੰ। ਇਸ ਕਰਕੇ ਸਾਨੂੰ ਗੁਰੂ ਸਾਹਿਬ ਨੇ ਉਸੇ ਭਾਸ਼ਾ ਦੇ ਵਿੱਚ ਸਾਰੀ ਬਾਣੀ ਬਖਸ਼ਿਸ਼ ਕਰੀ ਹੈ ਤਾਂ ਕਿ ਸਮਝ ਆ ਜਾਏ। ਉੱਪਰਲਿਆਂ ਮੰਡਲਾਂ ਵਿੱਚੋਂ ਸੰਸਕ੍ਰਿਤ ਚੋਂ ਕੱਢ ਕੇ ਸਾਨੂੰ ਸਾਧ ਭਾਸ਼ਾ ਬਖਸ਼ੀ ਹੈ। ਸੰਸਕ੍ਰਿਤ ਦਾ ਤਾਂ ਉਚਾਰਨ ਕਰਨਾ ਬਹੁਤ ਮੁਸ਼ਕਿਲ ਹੈ, ਉਹਨੂੰ ਸਮਝਣਾ ਤਾਂ ਹੋਰ ਵੀ ਔਖਾ ਹੈ। ਇਹ ਸੌਖੀ ਜਿਹੜੀ ਬਾਣੀ ਹੈ ਸਾਧ ਭਾਸ਼ਾ ਪੰਜਾਬੀ, ਇਹਦੇ ਵਿੱਚ ਗੱਲ ਛੇਤੀ ਸਮਝ ਆ ਜਾਂਦੀ ਹੈ। ਸੋ ਦਿਓ ਆਗਿਆ, ਕੋਈ ਅਪਸ਼ਬਦ ਦੀ ਖਿਮਾ ਦਿਓ ਅਸੀਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਗੁਰਮੁਖ ਜਨੋ, ਇਹ ਸ਼ਬਦ ਜਿਹੜਾ ਜਿਨ ਔਰ ਤਿੰਨ ਹੈ, ਜੱਜੇ ਨੂੰ ਸਿਆਰੀ, ਨੰਨੇ ਨੂੰ ਸਿਆਰੀ, ਤਿੰਨ ਸਿਆਰੀ, ਨੰਦੇ ਨੂੰ ਸਿਆਰੀ, ਇਹ ਇੱਕ ਵਚਨ ਖਾਤਰ ਆਉਂਦੇ ਹਮੇਸ਼ਾ। ਅੱਜ ਦੀ ਵਿਚਾਰ ਵਿੱਚ ਵੀ ਇਹ ਸ਼ਬਦ ਆਇਆ ਹੋਇਆ। ਜੇ ਜੱਜੇ ਨੂੰ ਸਿਆਰੀ ਕੱਲਾ ਨੰਨਾ ਹੋਵੇ, ਬਿਨਾਂ ਕਿਸੇ ਲਗ ਮਾਤਰ ਤੋਂ ਯਾਨੀ ਮੁਕਤਾ ਹੋਵੇ, ਫਿਰ ਉਹ ਬਹੁਤਿਆਂ ਖਾਤਰ ਆਉਂਦਾ। ਉਹਦਾ ਮਤਲਬ ਹੁੰਦਾ ਜਿਨ੍ਹਾਂ ਨੇ। ਜੇ ਨੰਨੇ ਨੂੰ ਸਿਆਰੀ ਹੈ ਤਾਂ ਉਹਦਾ ਮਤਲਬ ਹੁੰਦਾ ਜਿਸ ਨੇ। ਐਸੇ ਤਰ੍ਹਾਂ ਤਿੰਨ ਦੀ ਗੱਲ ਹੈ,
ਜੇ ਨੰਨਾ ਮੁਕਤਾ ਹੈ ਤਿੰਨ ਵਿੱਚ ਤਾਂ ਤਿੰਨਾਂ ਨੇ, ਉਹਨਾਂ ਨੇ। ਜੇ ਸਿਹਾਰੀ ਹੈ ਤਾਂ ਉਸਨੇ। ਇੱਕ ਵਚਨ ਔਰ ਬਹੁਵਚਨ ਦਾ ਬਹੁਤ ਭੇਦ ਹੈ ਗੁਰਬਾਣੀ 'ਚ, ਇਹਨਾਂ ਸ਼ਬਦਾਂ 'ਚ ਬਹੁਤ ਕਲੈਰਿਟੀ ਹੋ ਜਾਂਦੀ ਹੈ ਕਈ ਦਫਾ ਸ਼ਬਦਾਂ ਦੀ, ਜਿੱਥੇ ਕਈ ਵਾਰ ਐਂ ਲੱਗਦਾ ਹੋਵੇ ਵੀ ਇੱਥੇ ਇਹ ਗੱਲ ਬਹੁਤਿਆਂ ਨੇ ਕਹੀ ਹੋਈ ਹੈ, ਬਹੁਤਿਆਂ ਦੀ ਗੱਲ ਹੈ ਜਾਂ ਇੱਕ ਦੀ ਗੱਲ ਹੈ ਪਰਮਾਤਮਾ ਦੀ, ਉੱਥੋਂ ਸ਼ਬਦ ਫਿਰ ਕਲੀਅਰ ਹੋ ਜਾਂਦਾ। ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ, ਜਿਸ ਨੇ ਮਨੁੱਖ ਤੋਂ ਦੇਵਤੇ ਬਣਾਏ ਆ। ਸੋ ਗੱਲ ਮੇਰਾ ਖਿਆਲ ਸਪਸ਼ਟ ਹੋ ਗਈ ਹੋਣੀ। ਇਹ ਸ਼ਬਦ ਦੋਨੋਂ ਇਸੇ ਤਰ੍ਹਾਂ ਆਉਂਦੇ ਸਾਰੀ ਗੁਰਬਾਣੀ ਸਮਗਰ ਲਿਖਤ ਵਿੱਚ, ਜਿਨ ਔਰ ਤਿੰਨ। ਸਿਹਾਰੀ ਨਾਲ ਜੇ ਨੰਨਾ ਹੈਗਾ ਤਾਂ ਇੱਕ ਦੀ ਗੱਲ ਹੈ, ਜੇ ਨਹੀਂ ਹੈ ਤਾਂ ਬਹੁਤਿਆਂ ਦੀ ਗੱਲ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। हज हमारी गोमती तीर जहाँ बसें पितंबर पीर। वाह वाह, क्या खूब गामता है शब्द कबीर जी ਦਾ। ਉਹਦੇ 'ਚ ਉਹਨਾਂ ਨੇ ਜ਼ਿਕਰ ਕਰਿਆ ਹੈ ਵੀ ਸਾਡਾ ਜਿਹੜਾ ਹੱਜ ਹੈ ਇਹ ਗੋਮਤੀ ਦੇ ਕੰਢੇ ਹੈ, ਜਿੱਥੇ ਪੀਲੇ ਕੱਪੜਿਆਂ ਵਾਲਾ ਸਾਡਾ ਪ੍ਰਭੂ ਰਹਿੰਦਾ ਹੈ, ਸਾਡਾ ਪੀਰ ਰਹਿੰਦਾ ਹੈ। ਯਾਨੀ ਕ੍ਰਿਸ਼ਨ ਜੀ ਤੋਂ ਮੁਰਾਦ ਹੈ, ਉਹਨਾਂ ਨੂੰ ਪੀੜ ਅੰਬਰ ਕਿਹਾ ਜਾਂਦਾ ਹੈ, ਪੀਤ ਅੰਬਰ ਜਾਂ ਪੀਲੇ ਅੰਬਰ ਕੱਪੜੇ। ਸੋ ਸਾਧ ਸੰਗਤ ਜੋ ਹੱਜ ਦੀ ਗੱਲ ਪਿੱਛੇ ਚੱਲਦੀ ਰਹੀ ਹੈ ਕਈ ਦਿਨ। ਇਹ ਜਿਹੜਾ ਗੋਮਤੀ ਰਿਵਰ ਹੈ ਇਹਦੀ ਖੋਜ ਕਰੀ ਦੱਸ ਰਹੇ ਨੇ। ਇੱਕ ਤਾਂ ਗੋਮਤੀ ਹੈ ਉੱਤਰ ਪ੍ਰਦੇਸ਼ 'ਚ, ਜਿਹੜਾ ਪੀਲੀਭੀਤ ਤੋਂ ਨਿਕਲ ਕੇ ਮੈਦਾਨਾਂ 'ਚੋਂ ਹੀ ਨਿਕਲਦਾ। ਇੱਕ ਇਹਦੀ ਸਿਫਤ ਇਹ ਹੈ ਵੀ ਇਹ ਪਹਾੜਾਂ 'ਚੋਂ ਨਹੀਂ ਨਿਕਲਦਾ, ਪੀਲੀਭੀਤ ਦੇ ਮੈਦਾਨਾਂ 'ਚੋਂ ਨਿਕਲ ਕੇ ਫਿਰ ਇਹ ਗੰਗਾ ਦੇ ਵਿੱਚ ਬਨਾਰਸ ਤੋਂ ਕੋਈ 25-30 ਕਿਲੋਮੀਟਰ ਪਹਿਲਾਂ ਗੰਗਾ ਦੇ ਵਿੱਚ ਆ ਮਿਲਦਾ ਹੈ। ਤੋ ਬਨਾਰਸ ਵਿੱਚ ਵੀ ਨਹੀਂ ਜਾਂਦਾ, ਉਹ ਤੋਂ ਪਿੱਛੇ ਹੀ ਗੰਗਾ 'ਚ ਮਿਲ ਜਾਂਦਾ। ਤੋ ਕਬੀਰ ਜੀ ਦਾ ਇਹ ਕਹਿਣਾ ਵੀ ਸਾਡਾ ਜਿਹੜਾ ਪਿਤੰਬਰ ਹੈ ਜਾਂ ਗੁਰੂ ਹੈ, ਪੀਰ ਹੈ, ਉਹ ਗੋਮਤੀ ਦੇ ਕੰਢੇ ਰਹਿੰਦਾ ਹੈ। ਇਹ ਗੱਲ ਕੁਛ ਜਚੀ ਨਹੀਂ। ਫੇਰ ਦੱਸ ਰਹੇ ਨੇ ਥੋੜ੍ਹੀ ਬਹੁਤੀ ਖੋਜ ਹੋਰ ਕਰੀ। ਇੱਕ ਗੋਮਤੀ ਨਾਂ ਦਾ ਦਰਿਆ ਪੂਰਬੀ ਇੰਡੀਆ 'ਚ ਵੀ ਹੈ, ਤ੍ਰਿਪੁਰਾ 'ਚ, ਤੇ ਇੱਕ ਗੋਮਤੀ ਨਾਂ ਦਾ ਦਰਿਆ ਗੁਜਰਾਤ 'ਚ ਹੈ। ਉਸ ਗੁਜਰਾਤ ਵਿੱਚ ਜਿਹੜਾ ਦਰਿਆ ਹੈ ਗੋਮਤੀ ਨਾਂ ਦਾ, ਉਹਦੇ ਉੱਤੇ ਦਵਾਰਕਾ ਨਗਰੀ ਹੈਗੀ ਹੈ ਬਸੀ ਹੋਈ। ਦਵਾਰਕਾ ਦੇ ਨਾਲ ਕ੍ਰਿਸ਼ਨ ਜੀ ਦਾ ਤਾਲੁਕ ਹੈ, ਔਰ ਦਵਾਰਕਾ ਅੱਗੇ ਸਿੱਧੀ ਸਮੁੰਦਰ ਵਿੱਚ ਜਾਂਦੀ ਹੈ, ਨਾ ਕਿ ਕਿਸੇ ਹੋਰ ਦਰਿਆ ਦੇ ਵਿੱਚ ਮਿਲਦੀ ਹੈ। ਟ੍ਰਿਬਿਊਟਰੀ ਨਹੀਂ ਹੈ, ਇਹ ਸਿੱਧੀ ਸਮੁੰਦਰ 'ਚ ਗਿਰਦੀ ਹੈ। ਇਸ ਦੇ ਕੰਢੇ ਦੇ ਉੱਤੇ ਹੀ ਦਵਾਰਕਾ ਹੈ, ਤੇ ਦਵਾਰਕਾ ਵਿੱਚ ਕ੍ਰਿਸ਼ਨ ਜੀ ਰਹਿੰਦੇ ਰਹੇ ਪਿਛਲੀ ਉਮਰ 'ਚ। तो बहुत पॉसिबल है भी हवाला ਜਿਹੜਾ कबीर जी दे रहे हैं वो गोमती गुजरात वाली है, द्वारका वाली, ना कि होर। ਉਹਨਾਂ ਦੇ ਭਾਵ ਕਹਿਣ ਦਾ ਇਹ ਹੈ ਵੀ ਸਾਡਾ ਤਾਂ ਇੱਥੇ ਉਹ ਇਸੇ ਗੋਮਤੀ ਦੇ ਕੰਢੇ ਹੀ ਅਸੀਂ ਰਹਿੰਦੇ ਹਾਂ, ਇੱਥੇ ਸਾਡਾ ਹੱਜ ਹੈ, ਸਾਨੂੰ ਕਿਤੇ ਜਾਣ ਦੀ ਲੋੜ ਨਹੀਂ। ਜਿਵੇਂ ਰਾਮਾਨੰਦ ਜੀ ਨੇ ਫਰਮਾਇਆ ਗੁਰਬਾਣੀ 'ਚ, वेद पुराण सब देखे जोए उहाँ तो जाइए जो इहाँ ना होए। ਹੋਰ ਕਿਤੇ ਤਾਂ ਹੱਜ ਤਾਂ ਕਰਨ ਜਾਈਏ ਜੇ ਉਹ ਇੱਥੇ ਨਾ ਬੈਠਾ ਹੋਵੇ, ਉਰੇ ਵੀ ਤਾਂ ਵਸਦਾ ਉਹ। ਤੋ ਉਹਨਾਂ ਮੁਸਲਮਾਨ ਭਰਾਵਾਂ ਦਾ ਇਹ ਖਿਆਲ ਹੈ ਵੀ ਹੱਜ ਕਰਨ ਨਾਲ ਮੁਕਤੀ ਹੁੰਦੀ ਹੈ, ਇੱਕ ਵਾਰ ਜ਼ਰੂਰ ਕਰਨਾ ਚਾਹੀਦਾ ਮੁਸਲਮਾਨ ਨੂੰ ਆਪਣੀ ਜ਼ਿੰਦਗੀ 'ਚ। ਪਰ ਕਬੀਰ ਜੀ ਦਾ ਇਹ ਖਿਆਲ ਨਹੀਂ ਹੈ, ਔਰ ਗੁਰਮਤਿ ਦਾ ਵੀ ਇਹ ਖਿਆਲ ਨਹੀਂ ਹੈ। ਐਸਾ ਕੁਛ ਵੀ ਨਹੀਂ ਹੈ ਵੀ ਕਿਸੇ ਇੱਕ ਪਰਟੀਕੂਲਰ ਜਗ੍ਹਾ 'ਤੇ ਅੱਲਾਹ ਦਾ ਘਰ ਹੈ। ਤੇ ਇਸੇ ਕਰਕੇ ਤਾਂ ਚਰਨ ਉੱਧਰ ਨੂੰ ਕਰੇ ਸੀ ਗੁਰੂ ਨਾਨਕ ਪਾਤਸ਼ਾਹ ਨੇ। ਇਹਨਾਂ ਦੀ ਉਹ ਮਿੱਥ ਤੋੜਨ ਖਾਤਰ ਵੀ ਤੁਸੀਂ ਗਲਤ ਖਿਆਲੀ ਤੁਹਾਡੀ ਹੈਗੀ ਹੈ। ਸੋ ਹੱਜ ਤੋਂ ਮੁਰਾਦ ਵੀ, ਹੱਜ ਤਾਂ ਇੱਕ ਨਾਂ ਹੈ ਜਿਹੜਾ ਉਹ ਕਰਦੇ ਆ, ਪ੍ਰਭੂ ਦਾ ਨਾਂ ਜਪਣਾ ਹੀ ਹੱਜ ਹੈ। ਗੁਰਮਤਿ ਦਾ ਇਹ ਅਸੂਲ ਹੈ। ਜਿਹਦਾ ਜਿਹੜਾ ਨਾਮ ਨਾਲ ਜੁੜ ਗਿਆ, ਜਿਹਦੇ ਅੰਦਰ ਨਾਮ ਚੱਲ ਪਿਆ, ਗੁਰੂ ਨੇ ਬਖਸ਼ਿਸ਼ ਕਰਤੀ, ਉਹਦਾ ਹੱਜ ਇੱਕ ਹੱਜ ਨਹੀਂ, ਉਹਦੇ ਲੱਖਾਂ ਹੀ ਹੱਜ ਹੋ ਗਏ, ਹਜ਼ਾਰਾਂ ਹੀ ਹੱਜ ਹੋ ਗਏ। ਉਹਨੂੰ ਲੋੜ ਹੀ ਨਹੀਂ ਕਿਤੇ ਹੱਜ ਕਰਨ ਦੀ। ਅੱਲਾ ਇੱਕ ਮਸੀਤ ਵਸਤ ਹੈ ਅਵਰ ਮੁਲਕ ਕਿਸ ਕੇਰਾ। ਜੇ ਮਸੀਤ ਵਿੱਚ ਹੀ ਰੱਬ ਕੈਦ ਹੋਵੇ, ਅੱਲਾ ਕੈਦ ਹੋਵੇ, ਤਾਂ ਬਾਕੀ ਮੁਲਕ ਕਿਹਦਾ ਭਾਈ? ਉਹ ਵੀ ਤਾਂ ਉਸੇ ਦਾ ਹੀ ਹੈ, ਸਭ ਜਗ੍ਹਾ ਉਹੀ ਤਾਂ ਰਮਿਆ ਹੋਇਆ। ਗੁਰਮਤਿ ਦੇ ਤਾਂ ਬਹੁਤ ਸਿੱਧੇ ਔਰ ਸਪਸ਼ਟ ਅਸੂਲ ਹੈ। ਹੁਣ ਇਹਨੂੰ ਕੋਈ ਇਹ ਵੀ ਨਹੀਂ ਕਹਿ ਸਕਦਾ ਵੀ ਇਹ ਨਿੰਦਿਆ ਹੈ। ਮੁਸਲਮਾਨ ਭਾਵੇਂ ਸਮਝਣ, ਜਾਂ ਸਾਡੇ ਕੁਛ ਅਣਭੋਲ ਸਿੱਖ ਵੀਰ ਵੀ ਸਮਝ ਸਕਦੇ ਵੀ ਕਿਸੇ ਦੇ ਬਾਰੇ ਕੁਛ ਨਾ ਕਹੋ, ਅੱਜ ਕੱਲ੍ਹ ਇਸ ਤਰ੍ਹਾਂ ਕਿਹਾ ਜਾਂਦਾ। ਪਰ ਗੁਰਬਾਣੀ ਨੇ ਜਿੰਨਾ ਕਿਹਾ ਵਾ, ਇੰਨਾ ਤਾਂ ਕਿਸੇ ਵੀ ਧਾਰਮਿਕ ਗ੍ਰੰਥ ਨੇ ਨਹੀਂ ਕਿਹਾ। ਸੱਚ ਕਿਹਾ ਹੋਇਆ। ਸੱਚ ਹੈ ਜਿਹੜਾ ਉਹ ਕਦੇ ਵੀ ਨਿੰਦਿਆ ਨਹੀਂ ਹੁੰਦੀ। ਔਰ ਨਿੰਦਿਆ ਦੀ ਇੱਕ ਹੋਰ ਸਿਫਤ ਹੁੰਦੀ ਹੈ ਵੀ ਨਿੰਦਿਆ ਜਿਹੜੀ ਹੈ ਉਹ ਪਿੱਠ ਪਿੱਛੇ ਕਰੀ ਜਾਂਦੀ ਹੁੰਦੀ ਹੈ ਕਿਸੇ ਵੀ ਬੰਦੇ ਦਾ, ਚਾਹੇ ਉਹ ਸੱਚੀ ਵੀ ਗੱਲ ਹੋਵੇ ਉਹਦੀ। ਕਿਸੇ ਬੰਦੇ ਦੀ ਸੱਚੀ ਗੱਲ ਉਹਦੀ ਪਿੱਠ ਪਿੱਛੇ ਕਰਨਾ ਵੀ ਨਿੰਦਿਆ ਬਣਦੀ ਹੈ।
ਸੱਚ ਨੂੰ ਮੂੰਹ ਪਰ ਕਹਿਣਾ ਫਿਰ ਉਹ ਨਿੰਦਿਆ ਨਹੀਂ ਹੁੰਦੀ। ਤਾਂ ਗੁਰੂ ਨਾਨਕ ਪਾਤਸ਼ਾਹ ਨੇ ਉਹਨਾਂ ਦੇ ਐਨ ਫੇਸ ਦੇ ਉੱਤੇ ਜਾ ਜਾ ਕੇ ਉਹਨਾਂ ਦੇ ਤੀਰਥ ਸਥਾਨਾਂ ਪਰ ਸੱਚ ਬੋਲਿਆ, ਉਹ ਨਿੰਦਿਆ ਬਣੀ ਨਹੀਂ ਸਕਦੀ ਕਿਸੇ ਵੀ ਸੂਰਤ ਵਿੱਚ। ਸਾਨੂੰ ਆਪਣੀ ਸਮਝ ਬਦਲਣ ਦੀ ਲੋੜ ਹੈ। ਬਹੁਤ ਸਾਰੇ ਸਿੱਖ ਭਰਾ ਇਸ ਤਰ੍ਹਾਂ ਕਹਿੰਦੇ ਸੁਣੇ। ਇੱਕ ਵਾਰੀ ਨਸਲਪੁਰ ਗੁਰਦੁਆਰੇ ਸਾਹਿਬ ਦੇ ਵਿੱਚ ਦਾਸਰੇ ਨੂੰ ਸਮਾਂ ਮਿਲ ਗਿਆ ਸ਼ਾਮ ਬਾਅਦ ਵਿੱਚ ਭੋਗ ਤੋਂ, ਪਾਠੀ ਇੱਕ ਬੈਠਾ ਸੀ ਤਾਬੇ, ਉਹ ਸੁਣੀ ਗਏ, ਉੱਥੇ ਨਿੰਦਿਆ ਤੇ ਹੀ ਗੱਲ ਕਰੀ ਸੀਗੀ ਵੀ ਇਸ ਤਰ੍ਹਾਂ ਨਿੰਦਿਆ ਨਹੀਂ ਹੁੰਦੀ ਭਾਈ, ਸੱਚ ਕਹਿਣਾ ਜਿਹੜਾ ਮੂੰਹ ਪਰ। ਉਹ ਜਦੋਂ ਸਮਾਪਤੀ ਕਰੀ ਨਾ, ਉਸ ਤੋਂ ਬਾਅਦ ਫਿਰ ਉਹ ਪਾਠੀ ਮਹਾਰਾਜ ਬਖਸ਼ ਲਵੇ ਕਹਿੰਦਾ ਵੀ ਨਿੰਦਿਆ ਤਾਂ ਜੀ ਕਿਸੇ ਦੀ ਵੀ ਚੰਗੀ ਨਹੀਂ ਹੁੰਦੀ, ਨਿੰਦਿਆ ਭਲੀ ਕਿਸੇ ਕੀ ਨਹੀਂ, ਮਨ ਮੁਖ ਮੁਗਧ ਕਰਨ। ਅਸੀਂ ਡਾਕਟਰ ਸਾਹਿਬ ਨੂੰ ਵੀ ਬੇਨਤੀ ਕਰੂੰਗੇ ਵੀ ਉਹ ਨਿੰਦਿਆ ਨਾ ਕਰਨ ਕਿਸੇ ਦੀ ਵੀ। ਮੈਂ ਤਾਂ ਚੁੱਪ ਕਰ ਗਿਆ, ਫਿਰ ਬੋਲਿਆ ਨਹੀਂ ਕੁਛ ਵੀ। ਉਸ ਤੋਂ ਬਾਅਦ ਜਦੋਂ ਬਾਹਰ ਨਿਕਲਣ ਲੱਗੇ ਗੁਰਦੁਆਰੇ ਸਾਹਿਬ ਤੋਂ, ਉਹ ਪਾਠੀ ਵੀ ਬਾਹਰ ਆ ਗਿਆ, ਉਹਦੇ ਚਰਨੀ ਹੱਥ ਵੀ ਲਗਾਇਆ ਵੀ ਚਲੋ ਠੀਕ ਹੈ ਜੀ ਤੁਸੀਂ ਜੋ ਕਿਹਾ। ਫਿਰ ਉਹ ਦੁਬਾਰਾ ਕਹਿੰਦਾ ਜੀ ਨਿੰਦਿਆ ਕਿਸੇ ਦੀ ਵੀ ਨਹੀਂ ਕਰਨੀ ਚਾਹੀਦੀ। ਮੈਂ ਕਿਹਾ ਜੀ ਜਿਹੜੇ ਵਿੱਚ ਗੱਲ ਆਈ ਹੈ ਵੀ ਸੱਚ ਕਹਿਣਾ, ਕਹਿੰਦਾ ਉਹ ਕਹਿ ਸਕਦੇ ਸੀ ਗੁਰੂ ਨਾਨਕ ਸਾਹਿਬ, ਅਸੀਂ ਨਹੀਂ ਕਹਿ ਸਕਦੇ। ਗੁਰਮਤ ਦੇ ਅਸੂਲਾਂ ਨੂੰ ਕਿਵੇਂ ਤੋੜਿਆ ਮਰੋੜਿਆ ਜਾ ਰਿਹਾ ਹੈ। ਤੋਬਾ। ਜੇ ਅਸੀਂ ਗੁਰੂ ਸਾਹਿਬ ਦਾ ਅਨੁਸਰਨ ਨਹੀਂ ਕਰ ਸਕਦੇ, ਉਹਨਾਂ ਦੀ ਸਿੱਖਿਆ ਨੂੰ ਨਹੀਂ ਮੰਨਣਾ, ਆਪਣੀ ਮਨੌਤਾਂ ਨੂੰ ਮੰਨਣਾ ਹੈ ਜਿਹੜੀਆਂ ਦੁਨਿਆਵੀ ਮਨੌਤਾਂ ਹੈ ਗੁਰਬਾਣੀ ਤੋਂ ਬਾਹਰ, ਫਿਰ ਸਾਨੂੰ ਕਿਆ ਪ੍ਰਾਪਤੀ ਹੋ ਸਕਦੀ। ਇਹੋ ਜਿਹਾ ਕੁਛ ਹੋ ਰਿਹਾ ਆਲੇ ਦੁਆਲੇ। ਤਾਂ ਚਲੋ ਆਪ ਜੀ ਵੀ ਸਭ ਵਿਦਵਾਨ ਲੋਕ ਹੋ, ਮਹਾਂਪੁਰਸ਼ ਹੈ, ਜ਼ਰੂਰ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਸਾਨੂੰ ਲੋਕਾਂ ਨੇ ਕੁਛ ਤੇ ਕੁਛ ਵੀ ਕਹਿਣਾ ਹੈ। ਜਦੋਂ ਸਾਡੇ ਰਹਿਬਰਾਂ ਨੂੰ, ਸੱਚ ਦੇ ਮੁਜੱਸਮਿਆਂ ਨੂੰ ਵੀ ਭੂਤ ਨੇ ਬੇਤਾਲੇ ਕਿਹਾ ਗਿਆ, ਤਾਂ ਅਸੀਂ ਤਾਂ ਪਾਣੀ ਹਾਰੇ ਕਿਹਦੇ, ਸਾਨੂੰ ਤਾਂ ਕਹਿਣਾ ਹੀ ਕਹਿਣਾ ਉਹਨੂੰ ਜਰਨਾ ਆਉਣਾ ਚਾਹੀਦਾ। ਜਰਨਾ ਠੀਕ ਹੈ, ਗੁਰੂ ਦਾ ਵੀ ਹੁਕਮ ਹੈ ਵੀ ਜਰੋ ਭਾਈ, ਕੰਸੀਡਰੇਟ ਹੋ, ਦੂਜੇ ਦੀ ਗੱਲ ਨੂੰ ਸੁਣ ਲਓ ਧਿਆਨ ਨਾਲ। ਜੇ ਉਹ ਨਹੀਂ ਵੀ ਮੰਨਦਾ ਤਾਂ ਵੀ ਕੋਈ ਗੱਲ ਨਹੀਂ ਹੈ, ਆਪਾਂ ਆਪਣੀ ਗੱਲ ਨੂੰ ਕਹਿਣਾ ਹੈ, ਦੂਜੇ ਦੀ ਨੂੰ ਸੁਣ ਲੈਣਾ। ਜੇ ਉਹ ਸਹੀ ਹੈ ਤਾਂ ਮੰਨ ਲੈਣਾ, ਨਹੀਂ ਤਾਂ ਉਹਨੂੰ ਛੱਡ ਦੇਣਾ। ਕੋਈ ਅਪਸ਼ਬਦ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਭਾਈ ਮਨਜੀਤ ਸਿੰਘ ਜੀ, ਇਹ ਜਿਹੜੇ ਤਾਂ ਜਾਂ ਜਾਂ ਸ਼ਬਦ ਹੈ, ਕਿਤੇ ਕਿਤੇ ਬਿੰਦਾ ਵੀ ਲੱਗਿਆ ਵਾ, ਕਿਤੇ ਨਹੀਂ ਵੀ ਹੈ। ਜਿਵੇਂ ਮਿਹਰ ਕਰੇ ਜਿਸ ਮਿਹਰਬਾਨ ਤਾਂ ਕਾਰਜ ਆਵੇ ਰਾਸ, ਇੱਥੇ ਬਿੰਦਾ ਲੱਗਿਆ ਹੋਇਆ, ਮਤਲਬ ਹੈ ਦੈਨ, ਉਸ ਟਾਈਮ, ਤਦ। ਜੇ ਉਹ ਮਿਹਰਬਾਨੀ ਕਰ ਦੇਵੇ, ਮਿਹਰ ਕਰ ਦੇਵੇ ਤਦ ਤਾਂ ਕਾਰਜ ਰਾਸ ਆ ਜਾਂਦਾ। ਫਿਰ ਤਾਂ ਸ਼ਬਦ ਹੋਰ ਵੀ ਦੋ ਤਿੰਨ ਅਰਥਾਂ 'ਚ ਆਉਂਦਾ। ਤਾਂ ਮੁਖ ਹੋਵੇ ਉਜਲਾ ਲੱਖ ਦਾਤੀ ਇੱਕ ਦਾਤ, ਤਾਂ ਮੁਖ ਹੋਵੇ ਉਜਲਾ ਲੱਖ ਦਾਤੀ ਇੱਕ ਦਾਤ। ਇੱਥੇ ਵੀ ਮਤਲਬ ਤਦੇ ਹੈ, ਤਦ ਮੁਖ ਉਜਲ ਹੁੰਦਾ ਹੈ ਜੇ ਲੱਖ ਦਾਤਾਂ ਨੂੰ ਇੱਕ ਦਾਤ ਸਮਝ ਲਵੇ ਨਾਮ ਦੀ। ਤਾਂ ਸਿਉ ਟੂਟੀ ਕਿਉਂ ਬਨੈ ਜਾਂ ਕੇ ਜੀ ਪ੍ਰਾਣ, ਤਾਂ ਸਿਉ ਤਿਸ ਸਿਉ। ਤੋ ਤਾਂ ਦਾ ਮਤਲਬ ਤਿਸ ਵੀ ਹੈ, ਤਦ ਵੀ ਹੈ, ਤੇ ਦਿਨ ਵੀ ਹੈ, ਉਦੋਂ। ਤਾਂ ਕਾਰਜ ਆਵੇ ਰਾਸ, ਉਦੋਂ ਕਾਰਜ ਰਾਸ ਆਉਂਦਾ। ਇਸ ਤਰ੍ਹਾਂ ਹੀ ਜਾਂ ਹੈ, ਜਾਂ ਦੇ ਵੀ ਤਿੰਨ ਅਰਥ ਹੈ। ਜੇ ਉਹ ਮਿਲ ਜਾਏ, ਜਿੱਕਣ ਆਪਾਂ ਕਹਿੰਦੇ ਅਗਰ ਉਹ ਮਿਲ ਜਾਏ, ਜਾਂ ਜਿਸ ਦੇ ਅਰਥਾਂ 'ਚ ਵੀ ਆਉਂਦਾ ਹੈ, ਜਾਂ ਦੇ ਅਰਥਾਂ 'ਚ ਵੀ ਆਉਂਦਾ ਹੈ। ਜਿਵੇਂ ਜਾ ਦਿਨ ਵਿਸਰੈ ਪ੍ਰਾਨ ਸੁਖ ਦਾਤਾ, ਸੋ ਦਿਨ ਜਾਤ ਅਜਾਏ। ਜਿਸ ਦਿਨ। ਜਾਂ ਪਤ ਲੇਖੇ ਨਾ ਪਵੈ ਤਾਂ ਸਭ ਨਿਰਾਫਲ ਕਾਮ। ਜੇ ਅਗਰ ਪਤ ਲੇਖੇ ਨਾ ਪਵੈ, ਜਾਂ ਪਤ ਲੇਖੇ ਨਾ ਪਵੈ ਤਾਂ ਸਭ ਨਿਰਾਫਲ ਕਾਮ। ਜਾਂ ਔਰ ਤਾਂ। ਜੇ ਜਾਂ ਅਗਰ ਤੇ ਜਾਂ ਫਿਰ ਅੱਗੇ ਤਾਂ ਹੈ, ਤਾਂ ਸਭ ਨਿਰਾਫਲ ਕਾਮ। ਉਸ ਦੇ ਅਰਥਾਂ ਵਿੱਚ ਨਹੀਂ ਕਿਤੇ ਵੀ ਦਾਸ ਨੂੰ ਮਿਲਿਆ ਹੁਣ ਤਾਈਂ ਇਹ ਸ਼ਬਦ, ਬਈ ਜਿਵੇਂ ਹੈ ਵੀ ਨਾਨਕ ਗੁਰਮੁਖ ਹਉਮੈ ਟੁੱਟੈ ਤਾਂ ਹਰ ਹਰ ਨਾਮ ਧਿਆਵੈ। ਉਹ ਤਾਂ ਦਾ ਮਤਲਬ ਵੀ ਉਹ ਨਹੀਂ, ਇਸ ਤਰ੍ਹਾਂ ਦਾ ਤਾਂ ਕਿਤੇ ਆਇਆ ਨਹੀਂ। ਤਾਂ ਦੇ ਤਿੰਨੇ ਅਰਥ ਆਪ ਜੀ ਨਾਲ ਦੱਸ ਦਿੱਤੇ, ਤਦ, ਤਿਸ ਔਰ ਉਦੋਂ। ਤੋ ਇਹਦਾ ਬਹੁਤ ਸਪਸ਼ਟ ਹੈ ਵੀ ਇਹ ਜਿਹੜੇ ਸ਼ਬਦ ਹੈ, ਜਪਣਾ, ਆਰਾਧਨਾ, ਧਿਆਉਣਾ, ਇਹ ਸਾਰੇ ਸ਼ਬਦ
ਵਿੱਚੇ ਸਿਮਰਨ ਕਰਨਾ। ਇਹ ਚਾਰ ਸ਼ਬਦ ਨੇ ਨਾ, ਚਾਰਾਂ ਦੀ ਅਲੱਗ-ਅਲੱਗ ਆਇਡੈਂਟੀਟੀ ਹੈ, ਚਾਰਾਂ ਦਾ ਅਲੱਗ-ਅਲੱਗ ਇਹਨਾਂ ਦੀ ਆਪਣੀ ਪਰਸਨੈਲਿਟੀ ਹੈ। ਜਿਹੜਾ ਜਪ ਹੈ ਉਹ ਕੋਈ ਵੀ ਬੰਦਾ ਕਰ ਸਕਦਾ, ਕਰਨਾ ਚਾਹੀਦਾ ਵੀ ਹੈ। ਉਹ ਭੇਟਾ ਤੋਂ ਉਰਾਰ ਹੈ, ਉਰਲੇ ਪਾਸੇ ਹੈ। ਜਿਹੜਾ ਆਰਾਧਨਾ ਔਰ ਧਿਆਉਣਾ, ਇਹ ਦੋਨੇ ਇਨ ਬਿਟਵੀਨ ਹੈ, ਸਿਮਰਨ ਪਾਰ ਹੈ। ਜਪਣਾ ਉਰਾਰ ਹੈ, ਆਰਾਧਨਾ ਔਰ ਧਿਆਉਣਾ ਇਹ ਇਨ ਬਿਟਵੀਨ ਹੈ, ਵਿਚਾਲੇ ਹੈ, ਤੇ ਸਿਮਰਨ ਪਾਰ ਹੈ। ਇਸ ਤਰ੍ਹਾਂ ਸਮਝ ਲਓ ਇਹਨਾਂ ਨੂੰ। ਜਪਣਾ ਹੈ ਨਾਮ ਪ੍ਰਗਟ ਹੋਣ ਵਾਸਤੇ, ਹਉਮੈ ਟੁੱਟਣ ਵਾਸਤੇ, ਕਿਉਂਕਿ ਦੋਹੇ ਇੱਕ ਜਗ੍ਹਾ ਰਹਿ ਨਹੀਂ ਸਕਦੇ। ਇੱਕ ਜਾਏਗਾ ਤਾਂ ਦੂਜਾ ਆਏਗਾ। ਹਉਮੈ ਪਹਿਲਾਂ ਹੀ ਬੈਠੀ ਹੈ ਮਨਾਂ ਵਿੱਚ, ਪਹਿਲਾਂ ਨਾਮ ਨਹੀਂ ਹੈ। ਨਾਮ ਹੈ ਲੇਕਿਨ ਨਾਮ ਦਾ ਖੂਬ ਹੀ ਹੈ ਅੰਦਰ, ਪਰ ਨਾਮ ਪ੍ਰਗਟ ਨਹੀਂ ਹੈ, ਹਉਮੈ ਪ੍ਰਗਟ ਹੈ। ਤੋ ਨਾਮ ਬਾਅਦ ਵਿੱਚ ਹੈ, ਹਉਮੈ ਪਹਿਲਾਂ ਹੈ। ਹਉਮੈ ਨੂੰ ਤੋੜਨਾ ਹੈ ਜਪਣੇ ਨਾਲ, ਗੁਰੂ ਦੇ ਨਾਲ। ਜਦੋਂ ਟੁੱਟ ਗਈ ਫੇਰ ਇਹ ਨਹੀਂ ਹੈ ਵੀ ਫਿਰ ਉਹਨੇ ਜਪਣਾ ਨਹੀਂ ਮੁੜ ਕੇ। ਜਿਹੜੇ ਸੰਤ ਲੋਕ ਬਣ ਜਾਂਦੇ ਆ, ਸਿਮਰਨ ਵੀ ਚੱਲਦਾ, ਜਪਦੇ ਉਹ ਵੀ ਹੈ। ਕਿਉਂਕਿ ਜਪਣ ਦਾ ਮਤਲਬ ਹੈ ਜ਼ਬਾਨ ਤੋਂ ਬੋਲ ਬੋਲ ਕੇ ਬੋਲਣਾ। ਗੁਰਬਾਣੀ ਵੀ ਬੋਲਦੇ ਆ, ਉਸੇ ਤਰ੍ਹਾਂ ਸ਼ਬਦ ਵੀ ਗਾਉਂਦੇ ਆ, ਕੀਰਤਨ ਵੀ ਕਰਦੇ ਆ। ਇਹ ਨਹੀਂ ਹੈ ਵੀ ਉਹ ਫਿਰ ਮੁੜ ਕੇ ਜਪ ਨਹੀਂ ਕਰਦਾ, ਜਪ ਫਿਰ ਵੀ ਚੱਲਦਾ ਹੈ। ਸਾਰੀਆਂ ਅਵਸਥਾਵਾਂ ਵਿੱਚੋਂ ਦੀ ਫਿਰ ਵੀ ਉਹ ਰੋਜ਼ ਗੁਜ਼ਰਦਾ ਹੈ, ਜਪਦਾ ਵੀ ਹੈ, ਆਰਾਧਦਾ ਵੀ ਹੈ, ਸਿਮਰਨ ਵੀ ਕਰਦਾ ਹੈ, ਧਿਆਉਂਦਾ ਵੀ ਹੈ। ਇਹ ਭੇਦਾ ਭੇਦ ਸ਼ਬਦ ਹੈ। ਇਹ ਸਾਡੇ ਸਿੱਖ ਜਗਤ ਵਿੱਚ ਸ਼ਬਦ ਬਹੁਤਾ ਪ੍ਰਚਲਿਤ ਨਹੀਂ ਹੈ, ਭੇਦਾ ਭੇਦ। ਦੱਸ ਰਹੇ ਨੇ ਇਹ ਉੱਧਰੋਂ ਲਿਆ ਹੋਇਆ, ਹਿੰਦੂ ਫਿਲਾਸਫੀ ਚੋਂ। ਇਹ ਸ਼ਬਦ ਬਿਨਾਂ ਗੁਰਬਾਣੀ ਦੀ ਵਿਆਖਿਆ ਬੜੀ ਮੁਸ਼ਕਲ ਲੱਗਦੀ ਹੈ। ਇਹ ਭੇਦਾ ਭੇਦ ਹੁੰਦੇ ਜਿਹੜੇ ਇੱਕ ਦੂਜੇ ਦੀ ਜਗ੍ਹਾ ਵੀ ਵਰਤੇ ਜਾਂਦੇ, ਪਰ ਉਹਨਾਂ ਦੇ ਵਿੱਚ ਅੰਤਰ ਵੀ ਹੁੰਦਾ ਹੈ। ਜਿਵੇਂ ਸ਼ਬਦ ਔਰ ਨਾਮ ਹੈ, ਦੋਹੇ ਇੱਕ ਦੂਜੇ ਦੀ ਜਗ੍ਹਾ ਗੁਰਬਾਣੀ 'ਚ ਅਕਸਰ ਵਰਤੇ ਜਾਂਦੇ, ਪਰ ਦੋਹਾਂ ਦੀ ਪਰਸਨੈਲਿਟੀ ਵਿੱਚ ਅੰਤਰ ਵੀ ਹੈ। ਸ਼ਬਦ ਤੋਂ ਨਾਮ ਪੈਦਾ ਹੁੰਦਾ, ਨਾਮ ਵਿੱਚੋਂ ਹੀ ਸ਼ਬਦ ਨਿਕਲਿਆ ਹੋਇਆ। ਦੋਹੇ ਇੱਕ ਜਗ੍ਹਾ, ਇੱਕ ਦੂਜੇ ਦੀ ਜਗ੍ਹਾ ਵੀ ਆਉਂਦੇ, ਪਰ ਅਲੱਗ ਵੀ ਹੈ। ਬਿਲਕੁਲ ਇਸੇ ਤਰ੍ਹਾਂ ਹੈ। ਜਪਣਾ ਜਿਹੜਾ ਹੈ ਉਹ ਕੋਈ ਵੀ ਬੰਦੇ ਨੂੰ ਕਰਨਾ ਬਣਦਾ, ਕਰਨਾ ਚਾਹੀਦਾ ਹੈ। ਜਪਣਾ ਉਰਾਰ ਹੈ, ਉਰਲਾ ਪਾਸਾ ਹੈ। ਸਿਮਰਨ ਤਾਂ ਬਹੁਤ ਉੱਚੀ ਅਵਸਥਾ 'ਚ ਕਿਸੇ ਨੂੰ ਮਿਲਦਾ ਹੀ ਨਹੀਂ ਹੈ। ਉਹ ਤਾਂ ਬਹੁਤ ਜ਼ਿਆਦਾ ਇਨਾਇਤ ਹੋ ਜਾਏ, ਕਿਤੇ ਗੁਰੂ ਦੀ ਨਜ਼ਰ ਪੈ ਜਾਏ, ਗੁਰਬਾਣੀ ਦੀ, ਤਾਂ ਜਾ ਕੇ ਹੁੰਦਾ, ਅਦਰਵਾਈਜ਼ ਉਹ ਹੁੰਦਾ ਨਹੀਂ ਹੈ। ਸੋ ਇੱਥੇ ਇਹਦਾ ਮਤਲਬ ਇਹ ਕਰਨਾ ਵੀ ਉਹ ਨਾਨਕ ਗੁਰਮੁਖ ਹਉਮੈ ਟੁੱਟੈ, ਤਾਂ ਹਰ ਹਰ ਨਾਮ ਧਿਆਵੈ, ਉਹ ਨਹੀਂ ਹੈ ਇੱਥੇ ਮਤਲਬ। ਇਹਦਾ ਮਤਲਬ ਤਦੇ ਹੈ, ਤਦ ਹਰ ਹਰ ਨਾਮ ਧਿਆਵੈ। ਔਰ ਜਿਹੜਾ ਗੁਰਮੁਖ ਸ਼ਬਦ ਹੈ, ਖੱਖੇ ਨੂੰ ਸਿਆਰੀ ਨਾਲ ਆਇਆ, ਇਹ ਗੁਰੂ ਦੇ ਰਾਹੀਂ ਦਾ ਮਤਲਬ ਹੈ। ਗੁਰਮੁਖ ਦੀ ਗੱਲ ਨਹੀਂ ਹੈ। ਉਹ ਗੁਰਮੁਖ ਜਿਹੜਾ ਗੁਰੂ ਅਨੁਸਾਰ ਹੋਇਆ ਵਾ, ਗੁਰੂ ਦੇ ਰਾਹੀਂ। ਸਿਆਰੀ ਜਿਹੜੀ ਹੈ ਉਹ ਜਿਵੇਂ ਸੱਸਾ ਬੱਬਾ ਦਿਨ ਸਿਆਰੀ ਸ਼ਬਦ ਦੇ ਰਾਹੀਂ ਸ਼ਬਦ ਬਣਦਾ ਨਾ, ਉਸੇ ਤਰ੍ਹਾਂ ਇਹ ਗੁਰਮੁਖ ਸ਼ਬਦ ਜੇ ਖੱਖੇ ਨੂੰ ਔਂਕੜ ਨਾਲ ਹੈ ਤਾਂ ਗੁਰਮੁਖ ਇੱਕ ਬੰਦਾ ਨਾਉਨ ਦੇ ਤੌਰ 'ਤੇ। ਜੇ ਖੱਖੇ ਨੂੰ ਸਿਆਰੀ ਹੈ ਤਾਂ ਬਹੁਤ ਜ਼ਿਆਦਾ ਜਗ੍ਹਾ ਫਿਰ ਇਹ ਗੁਰੂ ਦੇ ਰਾਹੀਂ, ਜਿਹਦਾ ਮੁੱਖ ਗੁਰੂ ਵੱਲ ਨੂੰ ਹੈ, ਉਹ ਵਿਚਾਰ ਹੁੰਦਾ। ਹਾਲਾਂਕਿ ਗੁਰਬਾਣੀ 'ਚ ਕਈ ਜਗ੍ਹਾ ਆਉਂਦਾ ਵੀ ਹੈ ਇਸ ਤਰ੍ਹਾਂ, ਗੁਰਮੁਖਾਂ ਖਾਤਰ ਵੀ ਖੱਖੇ ਨੂੰ ਸਿਆਰੀ ਨਾਲ ਸ਼ਬਦ ਆਉਂਦਾ ਹੈ, ਪਰ ਮੈਜੋਰਟੀ ਵਿੱਚ ਗੁਰੂ ਦੇ ਰਾਹੀਂ ਉਹ ਆਉਂਦਾ, ਇਹਦਾ ਜ਼ਿਆਦਾ ਅਰਥ। ਸਾਗਰ ਹੈ, ਸਾਗਰ ਦੇ ਵਿੱਚੋਂ ਸਭ ਕੁਝ ਜਾਣ ਲੈਣਾ ਮੁਸ਼ਕਲ ਹੈ, ਨਹੀਂ ਸਮਝ ਆਉਂਦੀ ਬਹੁਤ ਵਾਰੀ। ਇਹੀ ਤਾਂ ਵਡਿਆਈ ਹੈ ਵੀ ਜੇ ਉਹਨੂੰ ਜਾਣੇ ਗਏ ਆਪਾਂ, ਫਿਰ ਤਾਂ ਅਸੀਂ ਉਹ ਤੋਂ ਵੱਡੇ ਨਾ ਹੋ ਕੇ ਜਾਣ ਸਕਦੇ ਹੀ ਨਹੀਂ। ਗੁਰੂ ਸਾਹਿਬ ਦੇ ਮਗਰ ਲੱਗ ਕੇ ਕੁਛ ਭੇਦ ਆ ਜਾਂਦਾ, ਅਦਰਵਾਈਜ਼ ਤਾਂ ਬਹੁਤ ਮੁਸ਼ਕਲ ਹੈ। ਕਿਸੇ ਵੀ ਤਰੀਕੇ ਨਾਲ ਰੱਬ ਨੂੰ ਆਪਾਂ ਨਹੀਂ ਜਾਣ ਸਕਦੇ। ਭੇਦ ਕੁਛ ਨਾ ਕੁਛ ਥੋੜ੍ਹਾ ਬਹੁਤਾ ਪਾ ਸਕਦੇ ਹਾਂ, ਭੇਦ ਹੋ ਸਕਦੇ ਉਹਦੇ ਨਾਲ ਜਪ ਕੇ, ਧਿਆ ਕੇ, ਸਿਮਰਨ ਕਰਕੇ, ਪਰ ਉਹੇ ਜਿਹੋ ਜਿਹੀ ਜਾਂ ਉਹਦਾ ਸਭ ਕੁਝ ਜਾਣ ਲਈਏ, ਉਹ ਇੰਪੋਸੀਬਲ ਹੈ, ਨਹੀਂ ਹੋ ਸਕਦਾ। ਤੋ ਦਿਓ ਆਗਿਆ। ਸਾਧ ਸੰਗਤ ਜੀਓ, ਕੋਈ ਅਪਸ਼ਬਦ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਜਤਨ ਬਹੁਤ ਮੈਂ ਕਰ ਰਹਿਓ, ਮਿਟਿਓ ਨ ਮਨ ਕੋ ਮਾਨ। ਦੁਰਮਤ ਸਿਉ ਨਾਨਕ ਫੰਦਿਓ, ਰਾਖ ਲਿਓ ਭਗਵਾਨ। ਪੌੜੀ ਆਪੀਨੈ ਆਪ ਸਾਜਿਓ, ਆਪੀਨੈ ਰਚਿਓ ਨਾਉ। ਦੁਈ ਕੁਦਰਤ ਸਾਜੀਐ, ਕਰ ਆਸਣ ਡਿਠੋ ਚਾਓ। ਦਾਤਾ ਕਰਤਾ ਆਪ ਤੂੰ, ਤੁਸ ਦੇਵੈ ਕਰੈ ਪਸਾਓ। ਤੂੰ ਜਾਣੋਈ ਸਭ ਸਹਿ, ਦੇ ਲੈਸੈ ਜਿੰਦ ਕਵਾਓ। ਕਰ ਆਸਣ ਡਿਠੋ ਚਾਓ। ਤੂੰ ਜਾਣੋਈ ਸਭ ਸਹਿ, ਦੇ ਲੈਸੈ ਜਿੰਦ ਕਵਾਓ। ਕਰ ਆਸਣ ਡਿਠੋ ਚਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਯੋਗ ਗੁਰਬਾਣੀ ਵਿਚਾਰ ਦੇ ਸਾਰੇ ਗੁਰਮੁਖ ਜਨੋ ਔਰ ਬਾਕੀ ਦੀ ਸਾਧ ਸੰਗਤ ਜੀਓ, ਪ੍ਰਣਾਮ ਸ਼ਤ ਸ਼ਤ ਆਪ ਨੂੰ ਝੁਕ ਝੁਕ ਕੇ। ਪੌੜੀ ਦੀ ਵਿਚਾਰ ਆਈ ਹੈ, ਆਪੀਨੈ ਆਪ ਸਾਜਿਓ, ਆਪੀਨੈ ਰਚਿਓ ਨਾਉ। ਮੂਲ ਮੰਤਰ ਦੇ ਵਿੱਚ ਸਹਿ ਭੰਗ ਸ਼ਬਦ ਆਉਂਦਾ ਹੈ। ਉਹਦਾ ਭਾਵ ਹੈ ਉਹਨੇ ਆਪਣੇ ਆਪ ਨੂੰ ਆਪ ਤੋਂ ਬਣਾਇਆ, ਕਿਸੇ ਨੇ ਉਹਨੂੰ ਸਾਜਿਆ ਨਹੀਂ ਹੈ। ਦੁਨੀਆ ਦੀ ਜਿੰਨੀ ਵੀ ਚੀਜ਼ ਹੈ ਜਿਹਨੂੰ ਆਪਾਂ ਦੁਆਇਤ ਕਹਿੰਦੇ, ਉਹ ਸਭ ਪਰਮਾਤਮਾ ਨੇ ਬਣਾਈ ਹੈ, ਜਾਂ ਪਰਮਾਤਮਾ ਦੇ ਹੁਕਮ ਦੇ ਵਿੱਚ ਕਿਸੇ ਹੋਰ, ਜਿਵੇਂ ਮਾਂ-ਬਾਪ ਨੇ ਉਹਨਾਂ ਨੇ ਸਾਜਿਆ ਹੁੰਦਾ ਆਪਣੇ ਬੱਚਿਆਂ ਨੂੰ, ਜਾਨਵਰਾਂ ਨੇ ਵੀ ਇਸ ਤਰ੍ਹਾਂ ਹੀ ਕੀਤਾ ਹੁੰਦਾ ਹੈ ਉਹਦੇ ਹੁਕਮ ਵਿੱਚ। ਪਰ ਉਹ ਆਪਣੇ ਆਪ ਤੋਂ ਹੈ, ਉਹਨੂੰ ਕਿਸੇ ਨੇ ਨਹੀਂ ਬਣਾਇਆ। ਉਹ ਸਹਿ ਭੰਗ, ਜਿਹੜਾ ਉਹਦਾ ਨਾਂ ਹੈ ਉਹ ਵੀ ਉਹਨੇ ਆਪ ਰਚਿਆ। ਕੀ ਨਾਂ ਹੈ ਉਹਦਾ? ਉਹਦਾ ਇੱਕ ਵੀ ਨਾਂ ਨਹੀਂ, ਉਹਦੇ ਸਾਰੇ ਹੀ ਨਾਂ ਹੈ। ਅਨਾਮ ਹੈ, ਅਠਾਮ ਹੈ, ਦਸ਼ਮੇਸ਼ ਜੀ ਦੀ ਬਾਣੀ ਚ ਆਉਂਦਾ। ਸਾਰੇ ਹੀ ਨਾਂ ਵੀ ਉਸੇ ਦੇ। ਦੁਨੀਆ ਦੇ ਕਿਸੇ ਵੀ ਮਨੁੱਖ ਦਾ ਨਾਂ ਦੇਖ ਲਓ, ਉਹ ਕਿਸੇ ਨਾ ਕਿਸੇ ਰੂਪ ਚ ਪਰਮਾਤਮਾ ਦਾ ਕਿਰਤਮ ਨਾਮ ਹੈ। ਰਹੀਮ ਬਖਸ਼ ਮੁਸਲਮਾਨੀ ਨਾਮ ਹੈ, ਇਹ ਵੀ ਪਰਮਾਤਮਾ ਦਾ ਨਾਮ ਹੈ। ਉਹਦੀ ਕਿਰਤਮ ਨਾਮ ਹੈ ਵੀ ਉਹ ਕਿਰਪਾ ਕਰਨ ਵਾਲਾ ਰਹੀਮ ਹੈ। ਹੋਰ ਕੋਈ ਵੀ ਲੈ ਲਓ, ਸ਼ਿਆਮ ਸੁੰਦਰ, ਸ਼ਿਆਮ ਲਾਲ, ਰਾਮ ਲਾਲ, ਗੁਰਮੁਖ ਸਿੰਘ, ਪ੍ਰਗਟ ਸਿੰਘ, ਕੋਈ ਵੀ ਦੁਨੀਆ ਦਾ ਨਾਂ ਕਿਸੇ ਵੀ ਧਰਮ ਦਾ ਲੈ ਲਓ, ਸਾਰੇ ਹੀ ਪਰਮਾਤਮਾ ਦੇ ਨਾਮ। ਦੋਈ ਕੁਦਰਤ ਸਾਜੀਐ, ਕਰ ਆਸਣ ਡਿਠੋ ਚਾਓ। ਦੁਆਇਤ ਜਿਹੜੀ ਹੈ ਇਹ ਕੁਦਰਤ ਹੈ, ਜਿਹੜੀ ਉਹਨੇ ਸਾਜੀ ਹੈ। ਏਕੇ ਵਿੱਚ ਉਹ ਆਪ ਹੈ ਤੇ ਉਹਦਾ ਨਾਂ ਹੈ। ਦੁਆਇਤ ਵਿੱਚ ਸਾਰੀ ਦੁਨੀਆ ਜੋ ਵੀ ਨਜ਼ਰ ਆ ਰਿਹਾ, ਚੰਦ, ਸੂਰਜ, ਤਾਰੇ, ਸਿਆਰੇ, ਜੰਗਲ, ਧਰਤੀ, ਮਨੁੱਖ, ਦੇਵੀ ਦੇਵਤੇ, ਅਵਤਾਰ, ਸਭ ਦੁਆਇਤ ਵਿੱਚ ਹੈ। ਕਰ ਆਸਣ ਡਿਠੋ ਚਾਓ। ਆਪਣਾ ਆਸਣ ਜਮਾ ਕੇ ਇਸ ਕੁਦਰਤ ਦੇ ਵਿੱਚ ਹੀ ਬੈਠਾ ਦੇਖ ਰਿਹਾ, ਚਾਉ ਨਾਲ ਬੈਠਾ ਵੇਖੈ ਵੱਖ ਇਕੇਲਾ। ਦਾਤਾ ਕਰਤਾ ਆਪ ਤੂੰ, ਤੁਸ ਦੇਵੈ ਕਰੈ ਪਸਾਓ। ਤੂੰ ਕਰਤਾ ਵੀ ਹੈ, ਤੂੰ ਦਾਤਾ ਵੀ ਹੈ। ਕਰਤਾ ਬਣਾਉਣ ਵਾਲਾ, ਦਾਤਾ ਭੰਡਾਰੇ ਦੇਣ ਵਾਲਾ, ਦਾਤਾਂ ਦੇਣ ਵਾਲਾ, ਉਹ ਵੀ ਤੂੰ ਹੀ ਹੈ। ਜਦ ਤੂੰ ਖੁਸ਼ ਹੁੰਦਾ ਹੈ, ਕਿਸੇ ਪੱਤਰ ਉੱਠਦਾ ਹੈ, ਫਿਰ ਇਹ ਕਿਰਪਾ ਕਰਦਾ ਹੈ। ਸਾਧ ਸੰਗਤ ਜੀ, ਉਹ ਪਸਾਓ ਦੋ ਤਿੰਨ ਅਰਥਾਂ 'ਚ ਆਉਂਦਾ ਗੁਰਬਾਣੀ 'ਚ। ਪਸਾਰੇ ਵਾਸਤੇ ਵੀ ਆਉਂਦਾ, ਕਿਰਪਾ ਵਾਸਤੇ ਵੀ ਆਉਂਦਾ। ਰੰਗ ਪਸਾਓ ਕਰਨਾ ਯਾਨੀ ਰੰਗ ਮਾਣਨੇ, ਉਹਦੇ ਅਰਥਾਂ 'ਚ ਵੀ ਆਉਂਦਾ। ਤੂੰ ਜਾਣੋਈ ਸਭ ਸਹਿ, ਦੇ ਲੈਸੈ ਜਿੰਦ ਕਵਾਓ। ਤੂੰ ਸਭ ਦਾ ਜਾਣਨ ਵਾਲਾ ਹੈ, ਦਾਨਾ ਬੀਨਾ ਸਾਈਂ ਮੈਂਡਾ, ਉਹ ਬਾਤ ਹੈ। ਪਹਿਲਾਂ ਉੱਪਰ ਕਰਤੇ ਔਰ ਦਾਤੇ ਦੀ ਬਾਤ ਆ ਲਈ, ਬ੍ਰਹਮਾ ਔਰ ਵਿਸ਼ਨੂੰ ਦੀ। ਹੁਣ ਸ਼ਿਵਾਂ ਦੀ ਬਾਤ ਆ ਰਹੀ ਹੈ, ਦੇ ਲੈਸੈ ਜਿੰਦ ਕਵਾਓ। ਆਪਣੇ ਹੁਕਮ ਨਾਲ ਇੱਕ ਕਵਾਓ, ਇੱਕ ਕੁਨ ਕਹਿਣ ਨਾਲ ਤੂੰ ਜੀਵਾਂ ਦੀ ਜਿੰਦ ਵੀ ਲੈ ਲੈਂਦਾ।
ਕਰਤਾ ਵੀ ਆਪ ਹੈ, ਦਾਤਾ ਵੀ ਆਪ ਹੈ, ਜਿੰਦ ਵੀ ਤੂੰ ਹੀ ਲੈਣਾ। ਇਸੇ ਚੀਜ਼ ਨੂੰ ਤਿੰਨ ਸ਼ਕਤੀਆਂ ਮੰਨਿਆ ਗਿਆ ਸੀ ਸਾਡੇ ਹਿੰਦੁਸਤਾਨੀ ਸਮਾਜ 'ਚ, ਬ੍ਰਹਮਾ ਵਿਸ਼ਨੂੰ ਮਹੇਸ਼। ਲੇਕਿਨ ਗੁਰਬਾਣੀ ਦਾ ਮਤ ਹੋਰ ਹੈ, ਉਹਨਾਂ ਤੋਂ ਅਲੱਗ ਹੈ ਕਿ ਸਭ ਕੁਝ ਤੂੰ ਹੀ ਕਰਦਾ। ਜੇ ਉਹ ਹੈ ਵੀ ਸਹੀ ਤਾਂ ਤੇਰੇ ਹੁਕਮ ਵਿੱਚ ਹੈ, ਮਤਲਬ ਹੈ ਤੂੰ ਕਰ ਰਿਹਾ ਜੋ ਕੁਝ ਵੀ ਕਰ ਰਿਹਾ, ਕਿਸੇ ਦੇ ਕੁਝ ਬਸ ਨਹੀਂ ਹੈ। ਜਿਹੜੀ ਦੁਆਇਤ ਹੈ ਉਹਦੇ ਵੱਸ 'ਚ ਹੁੰਦਾ ਹੀ ਨਹੀਂ ਕੁਝ ਵੀ। ਦੇ ਲੈਸੈਂ ਜਿੰਦ ਕਵਾਓ, ਕਰ ਆਸਣ ਡਿਠੋ ਚਾਓ। ਤੈਂ ਆਪਣਾ ਆਸਣ ਚਾਰੇ ਕੁੰਟਾਂ ਵਿੱਚ ਜਮਾਇਆ ਹੋਇਆ, ਦੁਨੀਆ ਤੋਂ ਅਲੱਗ ਰਹਿ ਕੇ ਵੀ ਪਹਿਲਾਂ ਤੂੰ ਰਿਹਾ ਇੱਕ ਏਕੇ ਦੇ ਰੂਪ 'ਚ, ਨਿਰੰਕਾਰ ਦੇ ਰੂਪ 'ਚ। ਹੁਣ ਤੂੰ ਓਅੰਕਾਰ ਬਣ ਕੇ ਦੁਨੀਆ ਦੇ ਵਿੱਚ ਵਿਚਰ ਰਿਹਾ। ਇਹ ਤੇਰੀ ਚਿੱਤਰ ਹੈ ਜਿਹੜਾ ਦੁਨੀਆ ਸਾਰੀ। ਇਸੇ ਕਰਕੇ ਗੁਰੂ ਜੀ ਫਰਮਾਉਂਦੇ ਹੈ, ਛਾੜ ਚਿੱਤਰੈ ਚਿੱਤ ਰਾਖ ਚਿਤੇਰਾ। ਇਹ ਦੁਨੀਆ ਵਾਲੇ ਚਿੱਤਰ ਨੂੰ ਛੱਡ ਦੋ ਭਾਈ, ਇਹ ਦੁਆਇਤ ਹੈ, ਦੂਈ ਹੈ। ਜਿਹਨੇ ਇਹ ਚਿੱਤਰੀ ਹੈ, ਜਿਹਨੇ ਇਹ ਸੰਸਾਰ ਬਣਾਇਆ, ਉਹਨੂੰ ਚਿੱਤਰੋ, ਉਹਨੂੰ ਚੇਤੋ, ਯਾਦ ਕਰੋ। ਇਹ ਵਿਡੰਬਣਾ ਹੈ ਬਈ ਮਨੁੱਖ ਦੁਆਇਤ ਨਾਲ ਜ਼ਿਆਦਾ ਜੁੜਦਾ, ਉਹਦੀਆਂ ਦਾਤਾਂ ਨਾਲ। ਦਾਤਾਂ ਵੀ ਜਿਹੜੀਆਂ ਹੈ ਉਹ ਵੀ ਉਹ ਦੁਆਇਤ ਵਿੱਚ ਆਉਂਦੀਆਂ, ਉਹਨਾਂ ਦੇ ਵਿੱਚ ਜੁੜਦਾ ਮਨੁੱਖ। ਪੁੱਤਾਂ ਧੀਆਂ 'ਚ, ਪੈਸੇ ਧੇਲੇ 'ਚ, ਹੀਰੇ ਮੋਤੀਆਂ 'ਚ, ਜਾਂ ਸਿਆਸੀ ਪਾਵਰ ਦੇ ਨਾਲ। ਭਾਵੇਂ ਪਾਵਰ ਉਸੇ ਦੀ ਵਰਤਦੀ ਹੈ ਦੁਆਇਤ ਵਿੱਚ ਵੀ, ਪਰ ਮਨੁੱਖ ਜੁੜਦਾ ਉਹਦੀਆਂ ਦਾਤਾਂ ਨਾਲ ਹੈ, ਦਾਤੇ ਨਾਲ ਨਹੀਂ ਜੁੜਦਾ। ਜੇ ਦਾਤੇ ਨਾਲ ਜੁੜਨ ਲੱਗ ਜਾਏ ਫਿਰ ਗੁਰਬਾਣੀ ਇਸੇ ਗੱਲ ਨੂੰ ਫਰਮਾਉਂਦੀ ਉਹ ਹੈ ਵੀ ਇੱਧਰ ਆ ਜਾਓ ਭਾਈ, ਚਿੱਤਰ ਨੂੰ ਛੱਡ ਦਿਓ, ਚਿਤੇਰੇ ਨੂੰ ਚੇਤੋ। ਪਰਮਾਤਮਾ ਨੂੰ ਯਾਦ ਕਰੋ। ਜਿਹੜਾ ਮੂਰਤੀਕਾਰ ਹੈ ਉਹਨੂੰ ਯਾਦ ਕਰੋ, ਮੂਰਤੀ ਵੱਲ ਨਾ ਦੇਖੋ। ਸਾਡਾ ਜਿਹੜਾ ਹਿੰਦੁਸਤਾਨੀ ਤਾਣਾ ਬਾਣਾ ਸੀ ਸਾਰਾ ਹੀ ਇਹ ਦੁਆਇਤ ਨਾਲ ਜੁੜਿਆ, ਮੂਰਤੀਆਂ ਦੇ ਨਾਲ। ਪਹਿਲਾਂ ਅਰਬ ਵੀ ਇਸੇ ਤਰ੍ਹਾਂ ਜੁੜੇ ਹੋਏ ਸੀ, ਜਿੰਨੇ ਅਰਬ ਕੰਟਰੀਜ਼ ਨੇ। ਇਹ ਤਾਂ ਫਿਰ ਆਖਰ ਉੱਠੀ ਸਦਾ ਤੌਹੀਦ ਕੀ ਪੰਜਾਬ ਸੇ, ਹਿੰਦ ਕੋ ਇੱਕ ਮਰਦੇ ਕਾਮਲ ਨੇ ਜਗਾਇਆ ਖਾਬ ਸੇ। ਅਲਾਮਾ ਇਕਬਾਲ ਨੇ ਗੁਰੂ ਨਾਨਕ ਪਾਤਸ਼ਾਹ ਬਾਰੇ 'ਚ ਲਿਖਿਆ ਸ਼ੇਰ ਬਈ ਇਸ ਦੁਆਇਤ ਦੇ ਵਿੱਚ ਅਖੀਰ ਨੂੰ ਇੱਕ ਐਸੀ ਸਦਾ, ਇੱਕ ਐਸੀ ਆਵਾਜ਼ ਬੁਲੰਦ ਹੋਈ ਗੁਰੂ ਨਾਨਕ ਸਾਹਿਬ ਦੇ ਰੂਪ 'ਚ, ਜਿਹਨੇ ਨੀਂਦ ਵਿੱਚੋਂ ਪੰਜਾਬ ਨੂੰ ਜਗਾਇਆ, ख्वाब ਤੋਂ, ਸੁਪਨਿਆਂ ਤੋਂ ਬਾਹਰ ਕੱਢਿਆ। ਇਹ ਸੁਪਨਾ ਹੈ ਜਿਹੜਾ ਦੁਆਇਤ ਹੈ, ਮੂਰਤੀ ਪੂਜਾ ਤੋਂ ਬ੍ਰਹਮ ਮੁਰਾਦ ਹੈ। ਇਹਦੇ ਵਿੱਚੋਂ ਕੱਢ ਕੇ ਏਕੇ ਨਾਲ ਜੋੜਿਆ। ਮੁਸਲਮਾਨ ਧਰਮ ਵੀ ਕਾਫੀ ਹੱਦ ਤੱਕ ਏਕੇ ਨਾਲ ਜੁੜਦਾ ਹੈ, ਪਰ ਫਿਰ ਵੀ ਉੱਥੇ ਕੁਛ ਨਾ ਕੁਛ ਗੜਬੜ ਹੈ, ਜਿਹਦੇ ਵਾਸਤੇ ਬਾਬਾ ਨਾਮਦੇਵ ਜੀ ਨੇ ਬਾਣੀ 'ਚ ਫਰਮਾਇਆ, ਹਿੰਦੂ ਅੰਨਾ ਤੁਰਕੂ ਕਾਣਾ, ਦੋਹਾਂ ਤੇ ਗਿਆਨੀ ਸਿਆਣਾ। ਇਹ ਜਿਹੜਾ ਮੱਕਾ ਹੈ ਉਹਦੇ ਵਿੱਚ ਵੀ ਇੱਕ ਕਾਲੇ ਰੰਗ ਦਾ ਪੱਥਰ ਹੈ, ਸੰਗੇ ਅਸਵਦ ਕਹਿੰਦੇ ਜਿਹਨੂੰ, ਉਹਨੂੰ ਜਾ ਕੇ ਚੁੰਮਦੇ ਆ, ਬੋਸਾ ਦਿੰਦੇ ਮੁਸਲਮਾਨ ਭਰਾ। ਉਹਦੇ ਬਾਰੇ ਵੀ ਅਲਾਮਾ ਇਕਬਾਲ ਨੇ ਲਿਖਿਆ, काबे में भी गया न गया इन बुतों का इश्क, इस घर की इस मर्ज की खुदा के घर में भी दवा नहीं। खुदा ਦਾ ਘਰ ਮੰਨਦੇ ਮੁਸਲਮਾਨ ਕਾਬੇ ਨੂੰ। ਅਲਾਮਾ ਇਕਬਾਲ ਕਹਿੰਦੇ ਆ ਇਹ ਜਿਹੜੀ ਮਰਜ਼ ਹੈ ਮੂਰਤੀ ਪੂਜਣ ਦੀ, ਆਪਣੇ ਪੱਥਰ ਪੂਜਣ ਦੀ, ਇਹਦੀ ਦੁਆ ਉੱਥੇ ਵੀ ਨਹੀਂ ਹੈ। ਉੱਥੇ ਵੀ ਇਹੀ ਕੁਛ ਹੁੰਦਾ ਹੈ। ਗੁਰੂ ਘਰਾਂ ਵਿੱਚ ਕੇਵਲ ਔਰ ਕੇਵਲ ਬਾਣੀ ਨੂੰ, ਹਰੀ ਨੂੰ, ਪਰਮਾਤਮਾ ਨੂੰ ਪੂਜਿਆ ਜਾਂਦਾ। ਇਹ ਇੱਕ ਅਲੱਗ ਗੱਲ ਹੈ ਵੀ ਸਿੱਖ ਵੀ ਬਹੁਤ ਗਿਣਤੀ ਵਿੱਚ ਦੁਆਇਤ ਦੇ ਨਾਲ ਜੁੜ ਗਏ, ਏਕੇ ਨੂੰ ਛੱਡ ਬੈਠੇ ਹੋਏ, ਕੁਛ % ਨੂੰ ਛੱਡ ਕੇ। ਜੋਤਸ਼ੀਆਂ ਦੇ, ਬਾਬਿਆਂ ਦੇ, ਤਾਂਤਰਿਕਾਂ ਦੇ ਡੇਰਿਆਂ ਤੇ ਜਾ ਕੇ ਦੇਖ ਲਓ, 90-95% ਸਿੱਖ ਜਾ ਰਹੇ, ਮੁੰਦਰੀਆਂ ਪਾ ਰਹੇ ਲੈ ਕੇ, ਟੋਬਿਆਂ ਤੇ, ਟੌਲਿਆਂ ਤੇ, ਹੋਰ ਪਤਾ ਨਹੀਂ ਕਿੱਥੇ ਕਿੱਥੇ ਸਮਾਧਾਂ ਤੇ, ਸਭ ਸਿੱਖ ਜਾ ਰਹੇ। ਇਸੇ ਵਿੱਚੋਂ ਕੱਢਿਆ ਸੀ ਗੁਰੂ ਨਾਨਕ ਸਾਹਿਬ ਨੇ ਸਾਨੂੰ। ਇਹ ख्वाब ਹੈ, ਸੁਪਨਾ ਹੈ, ਨੀਂਦ ਹੈ। ਬੰਦਾ ਸਾਹਮਣੇ ਦਿਖਦੀ ਚੀਜ਼ ਨੂੰ ਮੰਨਦਾ ਹੈ, ਜਿਹੜੀ ਅਣਦਿਸਦੀ ਹੈ ਉਹਨੂੰ ਮੰਨਦਾ ਨਹੀਂ ਹੈ। ਇਹੀ ਵਿਡੰਬਨਾ।
ਸਾਹਮਣੇ ਕੋਈ ਕੋਈ ਹੋਵੇ, ਜਿਵੇਂ ਕੋਈ ਪੁਰਸ਼ ਨੂੰ ਸੱਤ ਪੁਰਸ਼ ਮੰਨ ਕੇ ਬੰਦਾ ਪੂਜਣ ਲੱਗ ਜਾਂਦਾ, ਨਾ ਹੋਵੇ ਉਹ, ਪਰ ਬੰਦੇ ਦੀ ਇਹ ਮਜਬੂਰੀ ਹੈ, ਸਾਹਮਣੇ ਦਿਖਣਾ ਚਾਹੀਦਾ ਕੁਛ ਨਾ ਕੁਛ। ਹੋਵੇ ਤਾਂ ਪੂਜਣ ਯੋਗ ਹੁੰਦਾ ਹੀ ਹੁੰਦਾ, ਸੱਤ ਪੁਰਸ਼ ਹੋਵੇ ਜੀ। ਪਰ ਬਹੁਤੇ ਕਰਕੇ ਜਿਹੜੇ ਸੱਤ ਨਹੀਂ ਵੀ ਹੈ, ਉਹਨਾਂ ਨੂੰ ਵੀ ਉਸੇ ਤਰ੍ਹਾਂ ਪੂਜਿਆ ਜਾ ਰਿਹਾ, ਰੱਬ ਕਿਹਾ ਜਾ ਰਿਹਾ ਉਹਨਾਂ ਨੂੰ। ਇਹ ਦੁਆਇਤ ਹੈ। ਦੁਆਇਤ ਵਿੱਚੋਂ ਕੱਢ ਕੇ ਏਕੇ ਨਾਲ ਜੋੜਨਾ, ਇਹ ਗੁਰੂ ਨਾਨਕ ਦੇ ਹਿੱਸੇ 'ਚ ਆਇਆ, ਭਗਤਾਂ ਦੇ ਹਿੱਸੇ 'ਚ ਆਇਆ, ਜਿਹੜੇ ਗੁਰਬਾਣੀ ਦੇ ਵਿੱਚ ਬਿਰਾਜਮਾਨ ਹੈ। ਹੋਰ ਸੰਸਾਰ ਦੇ ਵਿੱਚ ਬਹੁਤ ਘੱਟ ਐਸੀ ਲਿਖਤ ਮਿਲੂਗੀ ਜਿਹਦੇ ਵਿੱਚ ਏਕੇ ਦੀ ਗੱਲ ਕਰੀ ਜਾਂਦੀ ਹੈ। ਜੇ ਕਰੀ ਵੀ ਜਾਂਦੀ ਹੈ ਤਾਂ ਉਹ ਰਲ ਗੱਡ ਹੋਈ ਹੈ। ਅਜੇ ਤਾਂ ਉਪਨਿਸ਼ਦਾਂ ਦੇ ਵਿੱਚ ਵੀ ਬਾਤ ਹੈ ਏਕੇ ਦੀ, ਪਰ ਉਹ ਮਿਲਾਵਟ ਦੇ ਤੌਰ ਤੇ ਨਾ ਵਿੱਚ ਜਿਕਰ ਕਾਫੀ ਕੁਛ ਪੜੇਥਣ ਹੁੰਦਾ, ਜਿਵੇਂ ਰੋਟੀ ਨੂੰ ਆਪਾਂ ਬਣਾਉਂਦੇ ਉਦੋਂ ਪੜੇਥਣ ਲਗਾਇਆ ਵਾ ਹੁੰਦਾ ਆਲੇ ਦੁਆਲੇ। ਜਿਹੜਾ ਸੱਚ ਹੈ, ਤੱਤ ਹੈ, ਉਹ ਵਿੱਚ ਲੁਕਿਆ ਵਾ ਹੁੰਦਾ। ਗੁਰਬਾਣੀ 'ਚ ਉਹੀ ਤੱਤ ਕੱਢ ਕੇ ਮੱਖਣ ਦੇ ਰੂਪ 'ਚ ਸਾਹਮਣੇ ਲਿਆਂਦਾ ਗੁਰੂ ਮਹਾਰਾਜ ਨੇ, ਭਗਤਾਂ ਨੇ। ਤੋ ਏਕੇ ਦੇ ਨਾਲ ਜੁੜਨਾ ਭਾਈ। ਸਾਰੀ ਆਸਾ ਕੀ ਵਾਰ ਵਿੱਚ ਇਹੀ ਕੁਛ ਹੋਏਗਾ, ਅੱਗੇ ਆਏਗਾ ਬਈ ਜੋ ਵੀ ਸਮਾਜਿਕ ਕੁਰੀਤੀਆਂ ਦੁਆਇਤ ਵਿੱਚ ਉਹ ਛੱਡਣੀਆਂ। ਪਰਮਾਤਮਾ ਦਾ ਜਿਹੜਾ ਕੁਦਰਤੀ ਨਿਯਮ ਹੈ ਏਕੇ ਦਾ, ਉਹਨੂੰ ਪਕੜਨਾ। ਆਪਣੀਆਂ ਦਲੀਲਾਂ ਛੱਡਣੀਆਂ ਵੀ ਮੈਜੋਰਟੀ ਉੱਧਰ ਹੈ। ਮੈਜੋਰਟੀ ਦੀ ਗੱਲ ਨਹੀਂ ਹੁੰਦੀ ਧਰਮ ਦੇ ਵਿੱਚ। ਧਰਮ ਦੇ ਵਿੱਚ ਸਿਧਾਂਤ ਦੀ ਔਰ ਤੱਤ ਦੀ ਗੱਲ ਹੁੰਦੀ ਹੈ। 80,000 ਦੇ ਇਕੱਠ ਵਿੱਚੋਂ ਕੇਵਲ 5 ਨਿਕਲੇ ਸੀ। ਸ੍ਰੀ ਅਨੰਦਪੁਰ ਸਾਹਿਬ ਜਦੋਂ ਲਿਸ਼ਕ ਦੀ ਤੇਗ ਨਾਲ ਦਸ਼ਮੇਸ਼ ਜੀ ਨੇ ਹੁਕਮ ਕਰਿਆ ਵੀ ਆਓ ਭਾਈ ਸਿੰਘ, ਸੀਸ ਦੀ ਲੋੜ ਹੈ। ਬਾਕੀ ਕੁਛ ਭੱਜ ਗਏ, ਕੁਛ ਇੱਧਰ ਉੱਧਰ ਗੱਲਾਂ ਕਰਨ ਲੱਗ ਗਏ। ਕਈਆਂ ਨੇ ਮਾਤਾ ਜੀ ਨੂੰ ਕਿਹਾ ਜਾ ਕੇ ਵੀ ਪਤਾ ਨਹੀਂ ਕਿਆ ਹੋ ਗਿਆ ਲਾਲ ਨੂੰ, ਸ੍ਰੀ ਸਾਹਿਬ ਕੱਢੀ ਫਿਰਦੇ ਆ, ਸੀਸ ਮੰਗਦੇ। ਤਾਂ ਉਹ 5 ਨਿਕਲੇ ਸੀਗੇ। ਗੁਰਮਤ ਵਿੱਚ ਕੁਆਲਿਟੀ ਦੀ ਕੀਮਤ ਹੈ, ਕੁਆਂਟਿਟੀ ਦੀ ਨਹੀਂ ਹੈ। ਹਾਲਾਂਕਿ ਕੁਆਂਟਿਟੀ ਦਾ ਆਪਣਾ ਰੋਲ ਤਾਂ ਹੁੰਦਾ ਹੈ। ਡੈਮੋਕ੍ਰੇਸੀ 'ਚ, ਲੋਕਤੰਤਰ ਵਿੱਚ ਤਾਂ ਰੋਲ ਹੀ ਸਾਰਾ ਹੀ ਗਿਣਤੀ ਮਿਣਤੀ ਦਾ ਹੁੰਦਾ ਹੈ, ਪਰ ਧਰਮ ਦੇ ਖੇਤਰ 'ਚ ਐਸਾ ਨਹੀਂ ਹੈ। ਜਦੋਂ ਕਸ਼ਮੀਰੀ ਪੰਡਤ ਆਏ ਗੁਰੂ ਤੇਗ ਬਹਾਦਰ ਜੀ ਦੀ ਸ਼ਰਨ, ਉਸ ਟਾਈਮ ਪੀਰ ਹੋਰ ਵੀ ਬਹੁਤ ਸੀਗੇ, ਜਿਵੇਂ ਹਰ ਵਕਤ ਹੁੰਦੇ ਹੀ ਹੈ, ਜਿਹੜੇ ਆਪਣੇ ਆਪ ਨੂੰ ਗੁਰੂ ਕਹਾਉਂਦੇ ਹੋਣੇ ਆ ਜਾਂ ਰੱਬ ਹੀ ਕਹਾਉਂਦੇ ਹੋਣੇ, ਉਹੋ ਜਿਹੇ ਬਹੁਤ ਹੈ। ਜਦ ਵੀ ਥੇ, ਹੁਣ ਵੀ ਹੈ, ਲੇਕਿਨ ਉਹਨਾਂ ਚੋਂ ਇੱਕੋ ਹੀ ਨਿੱਤਰੇ ਫਿਰ ਦੂਜਿਆਂ ਦੀ ਬਾਂਹ ਫੜਨ ਵਾਲੇ। ਇਹ ਹੈ ਕੁਆਲਿਟੀ ਦੀ ਗੱਲ। ਕੁਆਂਟਿਟੀ ਬਹੁਤ ਹੈ ਸੰਸਾਰ ਦੇ ਵਿੱਚ ਦੁਆਇਤ ਦੀ, ਏਕੇ ਵਾਲੇ ਬਹੁਤ ਘੱਟ ਹੁੰਦੇ। ਸੋ ਬਾਰ ਬਾਣੀ ਦੀ ਵਿਚਾਰ ਵਿੱਚ ਇਹੀ ਗੱਲ ਆਏਗੀ, ਕਿਤੋਂ ਵੀ ਪੜ੍ਹ ਲਓ, ਕੋਈ ਬਾਣੀ ਪੜ੍ਹ ਲਓ, ਏਕੇ ਦੇ ਨਾਲ ਜੁੜਨਾ ਹੈ, ਦੁਆਇਤ ਨੂੰ ਛੱਡਣਾ, ਰਹਿਣਾ ਦੁਆਇਤ ਦੇ ਵਿੱਚ। ਇਹ ਵੀ ਗੱਲ ਨਾਲ ਛੱਡਣ ਤੋਂ ਭਾਵ ਇਹ ਨਹੀਂ ਹੈ ਵੀ ਦੁਨੀਆ ਨੂੰ ਛੱਡ ਕੇ ਲੰਘ ਜਾਣਾ। ਕਮਲ ਦੇ ਫੁੱਲ ਦੀ ਤਰ੍ਹਾਂ ਦੁਨੀਆ ਦੇ ਵਿੱਚ ਰਹਿੰਦੇ ਹੋਏ, ਚਿੱਕੜ ਦੇ ਵਿੱਚ ਰਹਿੰਦੇ ਹੋਏ, ਮੋਹ ਦੇ ਚਿੱਕੜ 'ਚ, ਕਾਮ ਕ੍ਰੋਧ ਦੇ ਚਿੱਕੜ ਵਿੱਚ ਆਪਣੇ ਆਪ ਨੂੰ ਅਲੱਗਾ ਰੱਖਣਾ। ਇਹ ਵਿਚਾਰ ਹੈ ਜਿਵੇਂ ਮੁਰਗਾਬੀ ਪਾਣੀ ਦੇ ਵਿੱਚ ਤੈਰਦੀ ਹੁੰਦੀ, ਪਾਣੀ ਦੇ ਉੱਪਰ ਆਪਣੇ ਖੰਭਾਂ ਨੂੰ ਭੇਜਣ ਨਹੀਂ ਦਿੰਦੀ। ਬਿਲਕੁਲ ਉਸੇ ਤਰ੍ਹਾਂ ਗੱਲ ਜਦ ਵੀ ਕਰਨੀ ਹੈ, ਸੁਣਨੀ ਹੈ, ਧਿਆਨ ਲਾਉਣਾ ਹੈ, ਦੇਖਣਾ ਹੈ, ਤਾਂ ਏਕਾ, ਦੂਜਾ ਨਹੀਂ। ਦੂਜੇ ਦੇ ਵਿੱਚੋਂ ਵੀ ਏਕਾ ਨਜ਼ਰ ਆਉਣਾ ਚਾਹੀਦਾ। ਜੇ ਕੋਈ ਤਾਸ਼ ਵੀ ਖੇਲਦੇ ਆ ਬੈਠੇ ਬੰਦੇ, ਹਾਲਾਂਕਿ ਦੁਆਇਤ ਹੈ, ਉਹਦੇ ਵਿੱਚੋਂ ਵੀ ਜਿਹੜਾ ਏਕਾ ਹੁੰਦਾ ਹੈ, ਜਿਹਨੂੰ ਰਾਜਾ ਕਹਿੰਦੇ ਆਪਾਂ, ਉਹ ਰਾਜਾ ਸਾਰਿਆਂ ਨੂੰ ਮਾਰ ਲੈਂਦਾ ਹੈ, ਵਜ਼ੀਰਾਂ ਨੂੰ ਵੀ, ਬੇਗਮਾਂ ਨੂੰ ਵੀ। ਉਹ ਉਸ ਖੇਡ ਵਿੱਚੋਂ ਵੀ ਏਕੇ ਖੇਡ ਦੇਖਣੀ ਹੈ। ਇੱਕਾ ਸਾਰਿਆਂ ਨੂੰ ਮਾਰ ਦਿੰਦਾ, ਈਵਨ ਰਾਜੇ ਨੂੰ ਵੀ ਮਾਰ ਦਿੰਦਾ ਜਿਹੜਾ ਕਿੰਗ ਬਣਦਾ। ਸੋ ਸਾਧ ਸੰਗਤ ਜੀਓ, ਇੱਕ ਵਾਰ ਫੇਰ ਤੋਂ ਅੱਜ ਦਿਨ ਪਿਆ ਆਪਣੇ ਕੋਲ 10, 12, 15 ਘੰਟੇ ਪਏ ਆ। ਇਹ ਵਿਚਾਰ ਲਿਓ, ਜਿਹੜੀ ਕੱਲ ਨੂੰ ਵਿਚਾਰ ਸਿੰਘ ਸਾਹਿਬ ਰਣਜੀਤ ਸਿੰਘ ਜੀ ਨੇ ਹੁਕਮ ਲਗਾਇਆ, ਦਾਸਰਾ ਉਸ ਤਰ੍ਹਾਂ ਹੀ ਕਰੂਗਾ ਫਿਰ ਤੋਂ। ਉਹਦੇ ਵਿੱਚ ਲਗਭਗ ਪੌਣਾ ਅੰਗ, ਪਹਿਲਾ ਸ਼ਲੋਕ ਮਹੱਲਾ ਪਹਿਲਾ, ਫਿਰ ਸ਼ਲੋਕ, ਫਿਰ ਮਹੱਲਾ ਪਹਿਲਾ,
ਫਿਰ ਮਹੱਲਾ ਦੂਜਾ ਹੈ, ਫਿਰ ਪੌੜੀ ਹੈ। ਲਗਭਗ ਪੌਣਾ ਅੰਗ, ਪੌਣਾ ਪੰਨਾ ਬਣ ਜਾਂਦਾ ਹੈ। ਤੋ ਜੇ ਆਪ ਜੀ ਨਾਲ ਚੱਲ ਸਕਦੇ ਹੋ, ਜਿਹੜੇ ਵੀ ਮੈਜੋਰਟੀ ਹੈ ਇਸ ਗਰੁੱਪ ਦੇ ਵਿੱਚ, ਬੋਲਣ ਵਾਲੀ ਤੇ ਨਾ ਬੋਲਣ ਵਾਲੀ ਖਾਸ ਕਰਕੇ, ਫਿਰ ਇਹ ਦੂਜੀ ਗੱਲ ਨਾ ਕਿਉਂ ਵੀ ਜ਼ਿਆਦਾ ਹੈ ਜੀ, ਫਿਰ ਸਾਨੂੰ ਤਾਂ ਸਮਝ ਨਹੀਂ ਪੈ ਰਹੀ। ਜੇ 4 ਸ਼ਲੋਕਾਂ ਦੀ ਗੱਲ ਹੋਈ, ਉਹ ਤਾਂ ਛੋਟੇ ਛੋਟੇ ਸੀ, 2-2 ਸਤਰਾਂ ਦੇ। ਇੱਥੇ ਤਾਂ ਲੰਬੀ ਹੈ ਕਾਫੀ ਬਾਣੀ। ਇਹ ਵੀ ਹੋ ਸਕਦਾ ਵੀ ਦਾਸਰਾ ਪੌੜੀ ਨੂੰ ਨਾਲ ਪੜ੍ਹ ਦਿਆ ਕਰੇ ਤੇ ਅਰਥ ਓਨੇ ਕੁ ਕੀਤੇ ਜਾਣ ਜਿੰਨੇ ਕੁ ਸਾਡੀ ਸਮਝ ਵਿੱਚ ਆ ਜਾਣ, ਔਰ ਟਾਈਮ ਵੀ ਵੀਡੀਓ ਬਹੁਤੀ ਲੰਬੀ ਨਾ ਬਣੇ। ਪਰ ਹੁਕਮ ਤੁਹਾਡਾ, ਜੋ ਵੀ ਸੰਗਤ ਦਾ ਹੁਕਮ ਹੈ, ਕਿਉਂਕਿ ਆਪਾਂ ਇੱਥੇ ਮੁੱਖ ਵਾਕ ਨਹੀਂ ਲੈ ਰਹੇ। ਮੁੱਖ ਵਾਕ ਵਿੱਚ ਤਾਂ ਇਹ ਜ਼ਰੂਰੀ ਹੈ ਵੀ ਪੌੜੀ ਨਾਲ ਪੜ੍ਹਨੀ ਹੈ ਸ਼ਲੋਕਾਂ ਦੇ। ਆਪਾਂ ਤਾਂ ਵਿਚਾਰ ਕਰ ਰਹੇ ਹਾਂ, ਵਿਚਾਰ ਇੱਕ ਤੁਕ ਦੀ ਵੀ ਕਰੀ ਜਾ ਸਕਦੀ ਹੈ। ਸਾਰੀ ਆਸਾ ਕੀ ਵਾਰ 1 ਘੰਟੇ ਦੇ ਵਿੱਚ ਵੀ ਵਿਚਾਰੀ ਜਾ ਸਕਦੀ ਹੈ। ਤੇ ਜੇ ਇੱਕ ਇੱਕ ਤੁਕ ਨੂੰ ਖੋਲ੍ਹਣਾ ਜਾਂ ਇੱਕ ਇੱਕ ਸ਼ਬਦ ਨੂੰ ਖੋਲ੍ਹਣਾ ਜਾਂ ਇੱਕ ਇੱਕ ਸ਼ਲੋਕ ਨੂੰ ਖੋਲ੍ਹਣਾ, ਤਾਂ ਵੀ ਜਿਵੇਂ ਵੀ ਤੁਹਾਡਾ ਹੁਕਮ ਹੋਊਗਾ। ਹਾਲਾਂਕਿ ਦਾਸਰਾ ਭਾਈ ਰਣਜੀਤ ਸਿੰਘ ਜੀ ਨਾਲ ਪਹਿਲਾਂ ਸਹਿਮਤ ਸੀਗਾ ਵੀ ਸਿੱਧ ਘੋਸ਼ ਦੀ ਵਿਚਾਰ ਕਰੀਏ, ਪਰ ਆਪ ਜੀ ਦਾ ਹੁਕਮ ਹੋ ਗਿਆ ਸੰਗਤ ਦੇ ਰੂਪ 'ਚ, ਇਹ ਸ਼ੁਰੂ ਕਰ ਲਈ। ਕੋਈ ਇਤਰਾਜ਼ ਨਹੀਂ ਹੈ, ਜਿਵੇਂ ਆਪ ਜੀ ਨੂੰ ਅੱਛਾ ਲੱਗਦਾ ਉਸ ਤਰ੍ਹਾਂ ਦੱਸ ਦਿਓ। ਸਿਧਾਂਤ ਸਪਸ਼ਟ ਹੈ ਵੀ ਜਦੋਂ ਮੁੱਖ ਵਾਕ ਲੈਣਾ ਤਾਂ ਸ਼ਲੋਕ ਨਾਲ ਪੜ੍ਹਨੇ ਪੌੜੀ ਦੇ। ਬਾਕੀ ਜਿਵੇਂ ਵੀ ਤੁਹਾਨੂੰ ਠੀਕ ਲੱਗਦਾ ਉਵੇਂ ਦੱਸਿਓ, ਹੁਕਮ ਕਰਿਓ, ਉਸੇ ਤਰ੍ਹਾਂ ਹੋ ਜਾਊਗਾ। ਕੋਈ ਇਤਰਾਜ਼ ਨਹੀਂ ਕਿਸੇ ਵੀ ਗੱਲ ਵਿੱਚ, ਖੁੱਲ੍ਹਾ ਮਨ ਹੈ। ਕੋਈ ਅਪਸ਼ਬਦ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ, ਤੁਹਾਡਾ ਕਹਿਣਾ ਬਿਲਕੁਲ ਵਜ੍ਹਾ ਹੈ, ਸਹੀ ਹੈ। ਜਦੋਂ ਵੀ ਹੁਕਮਨਾਮਾ ਹੁੰਦਾ ਹੈ ਤਾਂ ਸ਼ਲੋਕਾਂ ਦੇ ਨਾਲ ਪੌੜੀ ਪੜ੍ਹੀ ਜਾਂਦੀ ਹੈ, ਕੋਈ ਡਾਊਟ ਹੀ ਨਹੀਂ ਇਹਦੇ ਪਰ। ਤਾਂ ਕਿਸੇ ਦਾ ਵੀ ਮੇਰਾ ਖਿਆਲ ਮਤਭੇਦ ਨਹੀਂ ਹੈ। ਉਹ ਸਿੰਪਲੀ ਇਸੇ ਕਰਕੇ ਵੀ ਇੱਥੇ ਕਿਉਂਕਿ ਵਿਚਾਰ ਚੱਲ ਰਹੀ ਹੈ। ਜਦੋਂ ਵੀ ਗੁਰੂ ਮਹਾਰਾਜ ਪੰਚਮ ਦੀ ਸਹਿਸਾ ਕ੍ਰਿਤੀ ਕਰੀ ਸੀਗੀ, ਆਪਾਂ ਵਿਚਾਰ ਇੱਕ ਦਿਨ ਦਾਸਰੇ ਨੇ 4 ਸ਼ਲੋਕ ਪੜ੍ਹਦੇ ਸੀਗੇ, ਤਾਂ ਸੰਗਤ ਦੇ ਵਿੱਚੋਂ ਹੀ ਫਿਰ ਇਹ ਆਵਾਜ਼ ਆਈ ਵੀ ਨਹੀਂ ਲੰਬਾ ਨਾ ਕਰੋ, 2 ਕਰੋ। ਕਿਉਂਕਿ ਸਾਰਿਆਂ ਦਾ ਲੈਵਲ ਇੱਕ ਜਿਹਾ ਨਹੀਂ ਹੁੰਦਾ ਸਮਝਣ ਦਾ, ਹੌਲੀ ਹੌਲੀ ਸਮਝਦੇ ਆ। ਉਹ ਦਾਸਰੇ ਨੂੰ ਕੋਈ ਇਤਰਾਜ਼ ਨਹੀਂ ਹੈ, ਪੂਰੀ ਵੀ ਕਰ ਦਿਆ ਕਰੋ। ਔਰ ਫਿਰ ਦੂਜੇ ਅੱਜ ਸਾਰਾ ਦਿਨ ਹੈ ਉਹਨਾਂ ਦੇ ਕੋਲ, ਜੇ ਕਿਸੇ ਨੂੰ ਕੋਈ ਇਤਰਾਜ਼ ਹੈ ਭਾਈ ਲੰਬੀ ਕਰਨ ਤੋਂ ਤਾਂ ਦੱਸ ਦਿਓ, ਅਦਰਵਾਈਜ਼ ਫਿਰ ਇਹ ਗੱਲ ਠੀਕ ਹੈ। ਸ਼ਲੋਕ ਔਰ ਪੌੜੀ ਇਕੱਠੇ ਪੜ੍ਹਨੇ ਠੀਕ ਹੈ, ਕੋਈ ਇਤਰਾਜ਼ ਨਹੀਂ ਹੈ, ਹੋਣਾ ਹੀ ਚਾਹੀਦਾ। ਹਾਂ, ਅਗਰ ਸਮਝ ਕਰਕੇ ਕੋਈ ਕਹਿ ਰਿਹਾ ਵੀ ਛੋਟੀ ਰੱਖੋ, ਵੀ ਸਾਨੂੰ ਨਾਲ ਦੀ ਨਾਲ ਚੱਲਣਾ ਹੁੰਦਾ ਹੈ, ਸਮਝ ਨਹੀਂ ਆਉਂਦੀ ਲੰਬੀ ਬਾਣੀ ਦੀ, ਫਿਰ ਉਹ ਗੱਲ ਵੀ ਆਪਾਂ ਵਿਚਾਰਨੀ ਹੈ। ਜਿਵੇਂ ਵੀ ਸੰਗਤ ਦਾ ਹੁਕਮ ਹੋਊਗਾ ਆਪਾਂ ਉਸੇ ਤਰ੍ਹਾਂ ਕਰਨਾ। ਵਿਚਾਰ ਇੱਕ ਸਿੰਘ ਸਾਹਿਬ ਨੇ ਦਿੱਤਾ ਹੈ, ਦੂਜੇ ਸਹਿਮਤ ਹੈ, ਠੀਕ ਹੈ, ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ। ਇੱਥੇ ਕਿਉਂਕਿ ਆਪਾਂ ਹੁਕਮਨਾਮਾ ਤਾਂ ਲੈ ਨਹੀਂ ਰਹੇ, ਵਿਚਾਰ ਕਰ ਰਹੇ ਹਾਂ। ਵਿਚਾਰ ਇੱਕ ਸ਼ਲੋਕ ਦੀ ਵੀ ਜੇ ਲੰਬੀ ਬਣਦੀ ਹੋਵੇ ਉਹ ਵੀ ਕਰੀ ਜਾ ਸਕਦੀ ਹੈ, ਦਾਸਰੇ ਦਾ ਇਹ ਮੱਤ ਹੈ। ਉਂਝ ਸਾਰੀ ਦੀ ਕਰੀ ਜਾਵੇ ਤਾਂ ਇਤਰਾਜ਼ ਵੀ ਕੋਈ ਹੈ ਨਹੀਂ, ਸਭ ਠੀਕ ਹੈ। ਜਿਵੇਂ ਵੀ ਆਪ ਜੀ ਦਾ ਹੁਕਮ ਹੋਊਗਾ ਆਪਣੇ ਕਰੀ ਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਸੰਗਤ ਜੀਓ, ਇਹ ਜਿਹੜਾ ਲੈਸੈਂ ਸ਼ਬਦ ਹੈ, ਦੇ ਲੈਸੈਂ ਜਿੰਦ ਕਵਾਓ, ਇਹ ਲਹਿੰਦੇ ਪੰਜਾਬ ਦੀ ਬੋਲੀ ਹੈ। ਜਿਵੇਂ ਮੂਲ ਮੰਤਰ 'ਚ ਵੀ ਆਉਂਦਾ ਹੈ ਵੀ ਹੋਸੀ ਹੋਵੇਗਾ, ਜਾਂ ਕਾਇਆ ਕੱਪੜ ਟੁਕ ਟੁਕ ਹੋਸੀ, ਇਹ ਵੀ ਹੋਏਗੀ। ਦੇ ਲੈਸੈਂ ਜਿੰਦ ਕਵਾਓ, ਤੂੰ ਜਿੰਦ ਨੂੰ ਆਪਣਾ ਹੁਕਮ ਦੇ ਕੇ ਕੱਢ ਲਵੇਂਗਾ। ਤੇ ਇਹ ਫਿਊਚਰ ਵਿੱਚ ਆਉਂਦਾ ਟੈਂਸ। ਤੂੰ ਜਾਣੋਈ ਸਭ ਸਹਿ, ਦੇ ਲੈਸੈਂ ਜਿੰਦ ਕਵਾਓ, ਤੂੰ ਸਭ ਦਾ ਜਾਣਨ ਵਾਲਾ ਹੈ, ਜਾਣਕਾਰ ਹੈ, ਔਰ ਜਿੰਦ ਨੂੰ ਆਪਣਾ ਹੁਕਮ ਦੇ ਕੇ ਕੱਢ ਲਵੇਂਗਾ। ਇਸ ਆਤਮਾ ਨੂੰ ਸਰੀਰ ਵਿੱਚੋਂ ਕੱਢ ਲੈ ਜਾਏਗਾ। ਆਪ ਜੀ ਵਿਚਾਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।